बाणी के बोहित पतत पावन सतगुरु। धन धन साहिब श्री गुरु ग्रंथ साहिब महाराज जी ਦੀ ਪਵਿੱਤਰ ਹਜ਼ੂਰੀ ਦੇ ਵਿੱਚ ਅਕਾਲ ਪੁਰਖ ਜੀ ਦੀ ਬਖਸ਼ਿਸ਼ ਦੇ ਨਾਲ ਜੁੜ ਬੈਠੀ ਪਰਮ ਸਨਮਾਨਯੋਗ ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਰਹਿਮਤ ਹੋਈ ਹੈ। ਗੁਰੂ ਚਰਨਾਂ ਦੇ ਵਿੱਚ ਸਾਨੂੰ ਸਭਨਾਂ ਨੂੰ ਜੁੜ ਬੈਠਣ ਦਾ ਇਹ ਸੁਭਾਗ ਪ੍ਰਾਪਤ ਹੋਇਆ। ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਦਿਹਾੜਾ ਜੋ ਹੈ ਇਹ 30 ਅਕਤੂਬਰ ਸਿੱਖ ਇਤਿਹਾਸ ਦੇ ਵਿੱਚ ਇਸ ਦਿਨ ਪੰਜਾ ਸਾਹਿਬ ਦਾ ਜੋ ਸਾਕਾ ਸੀ ਉਹ ਵਾਪਰਿਆ। ਪੰਜਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਸਥਾਨ ਹੈ। ਤੋ ਉਸ ਸਾਕੇ ਦੇ ਸੰਬੰਧ ਵਿੱਚ ਅਸੀਂ ਵਿਚਾਰ ਸਰਵਣ ਕਰਨੀ ਹੈ। ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਤਿਕਾਰ ਸਹਿਤ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਉਹਨਾਂ ਨੇ ਥਾਂ ਥਾਂ ਤੇ ਜਾ ਕੇ ਪ੍ਰਚਾਰਕ ਫੇਰੀਆਂ ਜਿਹੜੀਆਂ ਸਨ ਉਹ ਕੀਤੀਆਂ ਔਰ ਨਗਰ ਨਗਰ ਵਿੱਚ ਉਹ ਗਏ ਨੇ ਔਰ ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਹੁਤ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਜਾ ਕੇ ਦੇਸ਼ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਹੋਰਨਾਂ ਦੇਸ਼ਾਂ ਵਿੱਚ ਵੀ ਤੇ ਲੋਕਾਂ ਨੂੰ ਇੱਕ ਚੰਗਾ ਮਾਰਗ ਦੱਸਿਆ, ਜੀਵਨ ਜਿਉਣ ਦੀ ਜਾਚ ਦੱਸੀ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਕੁਝ ਬਚਨ ਆਖੇ ਨੇ। ਉਹ ਕਹਿੰਦੇ ਨੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੂਆ। ਜਿੱਥੇ ਵੀ ਗੁਰੂ ਨਾਨਕ ਸਾਹਿਬ ਦੇ ਕਦਮ ਪੈ ਗਏ ਉਹ ਥਾਂ ਪੂਜਣ ਯੋਗ ਹੋ ਗਈ ਤੇ ਲੋਕਾਂ ਨੇ ਬੜਾ ਸਤਿਕਾਰ ਕੀਤਾ। ਗੁਰੂ ਨਾਨਕ ਸਾਹਿਬ ਜੀ ਦੇ ਵਡਿਆਈ ਦੇ ਸੰਬੰਧ ਵਿੱਚ ਉਹਨਾਂ ਨੇ ਇਹ ਵੀ ਆਖਿਆ ਵੀ ਘਰ ਘਰ ਬਾਬਾ ਗਾਵੀਐ ਬੱਜਣ ਤਾਲ ਮਰਦਾਂਗਰ ਬਾਬਾ। ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਵੀ ਗਏ ਨੇ ਹਰ ਥਾਂ ਦੇ ਉੱਤੇ ਲੋਕਾਂ ਨੇ ਉਹਨਾਂ ਦੇ ਬਚਨ ਮੰਨੇ ਨੇ, ਸੁਣੇ ਨੇ ਤੇ ਜੀਵਨ ਬਦਲੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਗੁਰੂ ਸਾਹਿਬਾਂ ਨੇ ਜੋ ਪ੍ਰਚਾਰ ਕੀਤਾ, ਪ੍ਰਚਾਰ ਦੇ ਵੱਖ-ਵੱਖ ਢੰਗ ਅਪਣਾਏ। ਜਿਨ੍ਹਾਂ ਜਿਨ੍ਹਾਂ ਥਾਵਾਂ ਦੇ ਨਾਲ ਗੁਰੂ ਸਾਹਿਬ ਦਾ ਸੰਬੰਧ ਸੀ ਉਹਨਾਂ ਥਾਵਾਂ ਦੇ ਉੱਤੇ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਜੋ ਸਨ ਉਹ ਬਣੀਆਂ। ਇੱਕ ਸਮਾਂ ਆਇਆ ਗੁਰੂ ਸਾਹਿਬਾਨ ਦੇ ਜੀਵਨ ਤੋਂ ਬਾਅਦ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਦੌਰ ਆਇਆ, ਉਹਨਾਂ ਨੇ ਵੀ ਸਰਹੰਦ ਨੂੰ ਜਿੱਤਿਆ ਤੇ ਖਾਲਸਾ ਰਾਜ ਕਾਇਮ ਕੀਤਾ। ਇੱਥੋਂ ਅੱਗੇ ਫਿਰ ਜੋ ਪੰਜਾਬ ਦੇ ਵਿੱਚ ਹਕੂਮਤ ਸੀ ਉਹਦਾ ਤੇ ਸਿੱਖਾਂ ਦਾ ਆਪਸ ਦੇ ਵਿੱਚ ਇੱਕ ਬੜਾ ਵਿਰੋਧ ਚੱਲਿਆ। ਜੰਗਾਂ ਹੋਈਆਂ, ਥਾਂ ਥਾਂ ਤੇ ਲੜਾਈਆਂ ਹੋਈਆਂ, ਸਿੱਖਾਂ ਦੇ ਉੱਤੇ ਬੜਾ ਜ਼ੁਲਮ ਵੀ ਹੋਇਆ। ਸਮਾਂ ਆ ਜਾਂਦਾ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਏ, ਕੁਰਬਾਨੀਆਂ ਵੀ ਕੀਤੀਆਂ ਤੇ ਫਿਰ ਉਹ ਰੋਜ਼ਾਨਾ ਹੀ ਉਹ ਵਕਤ ਸੀ ਜਦੋਂ ਸਿੱਖਾਂ ਦੇ ਸ਼ਹੀਦੀਆਂ ਹੁੰਦੀਆਂ ਨੇ ਔਰ ਸਿੱਖਾਂ ਦੇ ਉੱਤੇ ਇੰਨਾ ਜ਼ੁਲਮ ਹੋ ਰਿਹਾ ਕਿ ਕਦੇ ਉਹਨਾਂ ਦੇ ਖੋਪਰ ਲਾਏ ਗਏ, ਕਦੇ ਆਰਿਆਂ ਨਾਲ ਚੀਰਿਆ ਤੇ ਕਦੇ ਬਲਦੇ ਹੋਏ ਭੱਠਾਂ ਦੇ ਵਿੱਚ ਉਹਨਾਂ ਨੂੰ ਸਾੜ ਦਿੱਤਾ ਗਿਆ, ਕਦੇ ਬੰਦ-ਬੰਦ ਕੱਟੇ। ਵੱਖ-ਵੱਖ ਢੰਗ ਜਿਹੜੇ ਸਨ ਸਿੱਖਾਂ ਨੂੰ ਮਕਾਉਣ ਦੇ ਲਈ ਵਰਤੇ ਗਏ। ਸਮਾਂ ਆ ਜਾਂਦਾ ਉਹ ਜਦੋਂ ਸਿੱਖਾਂ ਨੇ ਆਪਣੇ ਅੰਦਰ ਜਿਹੜੀ ਇੱਕ ਸੋਚ ਕਾਇਮ ਰੱਖੀ ਸੀ ਵੀ ਅਸੀਂ ਪੰਜਾਬ ਦੇ ਵਿੱਚ
ਖਾਲਸਾ ਰਾਜ ਕਾਇਮ ਕਰਨਾ। ਉਹ ਵਕਤ ਵੀ ਆ ਗਏ, ਸਮੇਂ ਆ ਗਏ ਜਦੋਂ ਸਿੱਖਾਂ ਨੇ ਸਿੱਖ ਰਾਜ ਕਾਇਮ ਕਰ ਲਿਆ। ਮਿਸਲਾਂ ਦਾ ਦੌਰ ਆਇਆ, ਪੂਰਾ ਪੰਜਾਬ ਉਹਨਾਂ ਨੇ ਆਪਣੇ ਅਧੀਨ ਲੈ ਲਿਆ। ਹੌਲੀ ਹੌਲੀ ਕਰਕੇ ਸਾਰੇ ਪੰਜਾਬ ਦੇ ਵਿੱਚ ਸਿੱਖ ਰਿਆਸਤਾਂ ਕਾਇਮ ਹੋਈਆਂ। ਉਹਦੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਦੇ ਕੋਲੋਂ ਉਹਨਾਂ ਦੇ ਇਲਾਕੇ ਜਿਹੜੇ ਸਨ ਆਪਣੀ ਮਿਸਲ ਦੇ ਵਿੱਚ ਮਿਲਾ ਲਏ। ਤੇ ਮਹਾਰਾਜਾ ਰਣਜੀਤ ਸਿੰਘ ਜਿਸ ਮਿਸਲ ਦੇ ਨਾਲ ਸੰਬੰਧਿਤ ਸਨ ਉਹ ਸੀ ਸ਼ੁਕਰ ਚੱਕੀਆ ਮਿਸਲ। ਤੇ ਸ਼ੁਕਰ ਚੱਕੀਆ ਮਿਸਲ ਨੇ ਸਾਰੀਆਂ ਮਿਸਲਾਂ ਨੂੰ ਆਪਣੇ ਵਿੱਚ ਮਿਲਾ ਲਿਆ। ਤੇ ਜਿਹੜੀਆਂ ਦੂਸਰੀਆਂ ਮਿਸਲਾਂ ਦੇ ਮਿਸਲਦਾਰ ਸਨ, ਸਰਦਾਰ ਸਨ, ਉਹਨਾਂ ਨੂੰ ਉਹਨਾਂ ਦੇ ਗੁਜ਼ਾਰੇ ਦੇ ਲਈ ਕੁਝ ਜ਼ਗੀਰਾਂ ਦੇ ਦਿੱਤੀਆਂ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਤਰ੍ਹਾਂ ਕੀਤਾ ਤੇ ਉਹਨੇ ਸਾਰੇ ਪੰਜਾਬ ਦੇ ਉੱਤੇ ਆਪਣੀ ਹਕੂਮਤ, ਜਿਹਨੂੰ ਇੱਕ ਪੁਰਖੀ ਹਕੂਮਤ ਆਖਿਆ ਜਾਂਦਾ, ਉਹ ਕਾਇਮ ਕਰ ਲਈ। ਜਿਹੜਾ ਖਾਲਸਾ ਰਾਜ ਦਾ ਇੱਕ ਸੰਕਲਪ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਇੱਥੇ ਖਰੋਤ ਆਉਣ ਲੱਗ ਪਈ। ਉਹ ਸਿਧਾਂਤ ਜਿਹੜੇ ਸਨ ਸਿੱਖ ਰਾਜ ਦੇ, ਉਹ ਕਿਤੇ ਨਾ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚੋਂ ਸਿੱਖ ਸਿਧਾਂਤ ਜਿਹੜੇ ਉਹ ਅਲੋਪ ਹੋਣ ਲੱਗ ਪਏ। ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੇ ਅਸਥਾਨ ਸਨ, ਧਾਰਮਿਕ ਸਥਾਨ, ਜਿਨ੍ਹਾਂ ਦੇ ਲਈ ਉਹਨਾਂ ਨੇ ਜ਼ਮੀਨਾਂ ਵੀ ਉਹਨਾਂ ਦੇ ਨਾਮ ਲਗਾ ਦਿੱਤੀਆਂ। ਉਹਨਾਂ ਨੂੰ ਬਣਾਇਆ ਵੀ ਗਿਆ, ਤਿਆਰੀਆਂ ਵੀ ਕਰਾਈਆਂ ਤੇ ਇੱਥੋਂ ਤੱਕ ਵੀ ਬਹੁਤ ਸਾਰੇ ਅਸਥਾਨਾਂ ਦੇ ਲਈ ਉਹਨੇ ਸੋਨਾ ਵੀ ਦਿੱਤਾ। ਜਿਹੜਾ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਆ, ਦਰਬਾਰ ਸਾਹਿਬ ਨੂੰ ਜਿਹੜਾ ਸੋਨਾ ਲਾਇਆ ਗਿਆ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਲੱਗਾ। ਤੇ ਕੇਵਲ ਗੁਰਦੁਆਰਿਆਂ ਦੇ ਲਈ ਨਹੀਂ, ਉਹਨਾਂ ਨੇ ਬਹੁਤ ਸਾਰੇ ਮੰਦਿਰਾਂ ਦੇ ਲਈ ਜੋ ਹਰਿਮੰਦਰ ਸਾਹਿਬ ਸੋਨਾ ਲਾਇਆ ਗਿਆ ਇਹਦੇ ਨਾਲੋਂ ਕਿਤੇ ਵੱਧ ਕੇ ਉਹਨਾਂ ਨੇ ਹੋਰ ਮੰਦਿਰਾਂ ਦੇ ਲਈ ਵੀ ਸੋਨਾ ਦਿੱਤਾ, ਉਹਨਾਂ ਦੀਆਂ ਉਸਾਰੀਆਂ ਕਰਵਾਈਆਂ। ਇਹ ਜਿਹੜਾ ਇੱਕ ਦੌਰ ਚੱਲਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ, ਜਦੋਂ ਉਹ ਜੋਤੀ ਜੋਤ ਸਮਾਏ ਨੇ, ਉਹਨਾਂ ਤੋਂ ਸ਼ੁਰੂ ਹੋ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਹੈ। ਉਹਦੇ ਤੋਂ ਬਾਅਦ ਸਾਰਾ ਪੰਜਾਬ ਜਿਹੜਾ ਸੀ ਇਹ ਵੀ ਅੰਗਰੇਜ਼ਾਂ ਦੇ ਅਧੀਨ ਹੋ ਗਿਆ। ਤੋ ਜਦੋਂ ਪੰਜਾਬ ਵੀ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਤੇ ਉਸ ਸਮੇਂ ਦੇ ਵਿੱਚ ਸਿੱਖਾਂ ਦੀ ਗਿਣਤੀ ਬੜੀ ਘਟ ਗਈ। ਬੜੀਆਂ ਲਹਿਰਾਂ ਜਿਹੜੀਆਂ ਸਨ ਉਹ ਫਿਰ ਉਦੋਂ ਪੈਦਾ ਹੋਈਆਂ ਨੇ, ਜਿਹਦੇ ਵਿੱਚ ਸਿੰਘ ਸਭਾ ਲਹਿਰ, ਨਿਰੰਕਾਰੀ ਲਹਿਰ, ਨਾਮਧਾਰੀ ਲਹਿਰ, ਇਹ ਜਿਹੜੀਆਂ ਲਹਿਰਾਂ ਨੇ ਉਹਨਾਂ ਸਮਿਆਂ ਦੀਆਂ ਨੇ। ਮਹਾਰਾਜਾ ਰਣਜੀਤ ਸਿੰਘ ਤੋਂ ਪਿੱਛੋਂ ਇੱਕ ਐਲਾਨ ਕਰ ਦਿੱਤਾ ਸੀ ਅੰਮ੍ਰਿਤਸਰ ਦੇ ਵਿੱਚੋਂ 4 ਜਿਹੜੇ ਸਿੱਖ ਵਿਦਿਆਰਥੀ ਸਨ, ਉਹਨਾਂ ਨੇ ਵੀ ਅਸੀਂ ਫਲਾਣੇ ਦਿਨ ਈਸਾਈ ਧਰਮ ਜਿਹੜਾ ਗ੍ਰਹਿਣ ਕਰ ਲੈਣਾ, ਈਸਾਈ ਬਣ ਜਾਣਾ, ਸਿੱਖੀ ਛੱਡ ਦੇਣੀ। ਉਹਨਾਂ ਸਮਿਆਂ ਤੇ ਜਿਹੜੇ ਲੋਕ ਅਵੇਸਲੇ ਹੋ ਚੁੱਕੇ ਸਨ ਤੇ ਉਹ ਫੇਰ ਸੁਚੇਤ ਹੋਏ। ਕੁਝ ਸਿੱਖਾਂ ਨੇ ਜਿਹੜੇ ਦਰਦ ਰੱਖਦੇ ਸਨ, ਕੌਮੀ ਦਰਦ, ਉਹਨਾਂ ਨੇ ਉਹਨਾਂ ਸਿੱਖ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਇਸ ਕਰਮ ਤੋਂ ਰੋਕਿਆ। ਪਰ ਉਹਦੇ ਨਾਲ ਫਿਰ ਇਹ ਜਿਹੜੀ ਸਿੰਘ ਸਭਾ ਲਹਿਰ ਸੀ ਉਹ ਹੋਂਦ ਵਿੱਚ ਆਈ। ਉਹਨਾਂ ਨੇ ਬੜਾ ਫਿਰ ਅੱਗੇ ਕਾਰਜ ਕੀਤਾ। ਪਰ ਆ ਜਿਹੜਾ ਪਿਛਲਾ ਸਾਰਾ ਦੌਰ ਚੱਲਿਆ ਸੀ, ਲਗਭਗ ਇਹ ਅਸੀਂ ਕਹਿ ਸਕਦੇ ਹਾਂ ਸਨ 1708 ਤੋਂ ਲੈ ਕੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਖਤਮ ਹੋ ਗਿਆ, ਅੰਗਰੇਜ਼ ਆ ਗਏ ਨੇ, ਇਹ ਲਗਭਗ ਕੋਈ ਪੌਣੇ 200 ਸਾਲ ਦਾ ਸਮਾਂ ਇਹੋ ਜਿਹਾ ਆਇਆ ਕਿ ਸਿੱਖਾਂ ਦੇ ਜਿਹੜੇ ਧਾਰਮਿਕ ਅਸਥਾਨ ਸਨ, ਜਿਹੜੀਆਂ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਸਨ, ਜਿਨ੍ਹਾਂ ਥਾਵਾਂ ਤੇ ਗੁਰ ਅਸਥਾਨ ਜਿਹੜੇ ਨੇ ਸਿੱਖਾਂ ਨੇ ਬਣਾਏ ਵੀ ਨੇ, ਉਹਨਾਂ ਦੀ ਸੰਭਾਲ, ਉਹਨਾਂ ਥਾਵਾਂ ਦੇ ਉੱਤੇ ਜਿਹੜੇ ਸਿੱਖ ਰਹੁ ਰੀਤਾਂ, ਸਿੱਖ ਮਰਿਆਦਾ ਜਿਹੜੀ ਸੀ ਉਹ ਕਾਇਮ ਨਾ ਰਹਿ ਸਕੀ। ਤੇ ਇਹਨਾਂ ਥਾਵਾਂ ਦੇ ਉੱਤੇ ਜਿਹੜੇ ਗੁਰ ਅਸਥਾਨ ਸਨ, ਇਹਨਾਂ ਥਾਵਾਂ ਦੇ ਉੱਤੇ ਉਦਾਸੀ ਜਾਂ ਮਹੰਤ ਜਿਹੜੇ ਉਹ ਕਾਬਜ ਹੋ ਗਏ। ਇੱਥੋਂ ਤੱਕ ਕਿ ਜਿਹੜਾ ਸਭ ਤੋਂ ਸਿੱਖਾਂ ਦਾ ਕੇਂਦਰੀ ਅਸਥਾਨ ਸੀ ਸ੍ਰੀ ਅੰਮ੍ਰਿਤਸਰ ਸਾਹਿਬ, ਇੱਥੇ ਵੀ ਮਹੰਤਾਂ ਦਾ ਕਬਜ਼ਾ ਹੋ ਗਿਆ। ਤੇ ਇਹ ਕਬਜ਼ਾ ਇਹੋ ਜਿਹਾ ਸੀ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਤਰਨਤਾਰਨ ਸਾਹਿਬ, ਜਿੰਨੇ ਵੀ ਧਾਰਮਿਕ ਸਥਾਨ ਸਨ, ਚਾਹੇ ਆਨੰਦਪੁਰ ਸਾਹਿਬ ਦੇ ਜਿਹੜੇ ਅਸਥਾਨ ਨੇ, ਜਿੰਨੇ ਵੀ ਅਸਥਾਨ ਸਨ ਇਤਿਹਾਸਕ ਅਸਥਾਨ, ਤੇ ਉਹਨਾਂ ਸਾਰਿਆਂ ਦੇ ਉੱਤੇ ਮਹੰਤ ਕਾਬਜ ਨੇ। ਤੇ ਉਹਨਾਂ ਮਹੰਤਾਂ ਨੇ ਇਹਨਾਂ ਥਾਵਾਂ ਨੂੰ ਆਪਣੀਆਂ ਨਿੱਜੀ
ਜਗੀਰਾਂ ਬਣਾ ਲਿਆ। ਇਹਨਾਂ ਥਾਵਾਂ ਤੇ ਜੋ ਸੰਗਤਾਂ ਆਉਂਦੀਆਂ, ਸੰਗਤਾਂ ਵੱਲੋਂ ਜੋ ਕੁਝ ਇੱਥੇ ਭੇਟ ਕੀਤਾ ਜਾਂਦਾ, ਉਹ ਆਪਣੀ ਐਸ਼ੋ ਆਰਾਮ ਦੇ ਲਈ ਵਰਤੀਦੇ ਰਹੇ ਨੇ। ਇੱਥੋਂ ਤੱਕ ਕਿ ਇੱਕ ਮਹੰਤ ਤੋਂ ਅੱਗੇ ਉਹਦਾ ਪੁੱਤਰ ਜਿਹੜਾ ਸੀ ਉਹ ਮਹੰਤ ਬਣਨ ਲੱਗ ਪਿਆ। ਜਿਵੇਂ ਪੀੜ੍ਹੀ ਦਰ ਪੀੜ੍ਹੀ ਪਿਓ ਤੋਂ ਅੱਗੇ ਪੁੱਤਰ ਜਿਹੜਾ ਸੀ, ਉਹਨਾਂ ਨੂੰ ਆਪਣੇ ਨਿੱਜੀ ਜੋ ਜਗੀਰਾਂ ਸਨ ਉਹ ਬਣਾ ਲਿਆ। ਤੇ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਗੁਰ ਅਸਥਾਨ ਸਨ, ਜਿੱਥੋਂ ਗੁਰੂ ਦੀ ਗੱਲ ਹੋਣੀ ਚਾਹੀਦੀ ਸੀ, ਜਿੱਥੋਂ ਗੁਰੂ ਸਿਧਾਂਤ ਦੀ ਗੱਲ ਆਉਣੀ ਚਾਹੀਦੀ ਸੀ, ਜਿੱਥੋਂ ਗੁਰੂ ਸਿੱਖਿਆ ਮਿਲਣੀ ਚਾਹੀਦੀ ਸੀ, ਉਹ ਐਸ਼ੋ ਆਰਾਮ ਦੇ ਗੁੰਡਾਗਰਦੀ ਦੇ ਅੱਡੇ ਬਣ ਗਏ ਨੇ। ਇਹ ਸਾਡਾ ਇਤਿਹਾਸ ਹੈ। ਚਾਹੇ ਸ੍ਰੀ ਹਰਿਮੰਦਰ ਸਾਹਿਬ ਹੋ ਗਿਆ ਅੰਮ੍ਰਿਤਸਰ, ਚਾਹੇ ਤਰਨਤਾਰਨ, ਚਾਹੇ ਨਨਕਾਣਾ ਸਾਹਿਬ, ਚਾਹੇ ਪੰਜਾ ਸਾਹਿਬ, ਇਹ ਸਾਰੇ ਅਸਥਾਨ, ਚਾਹੇ ਆਨੰਦਪੁਰ ਸਾਹਿਬ, ਇਹਨਾਂ ਸਾਰਿਆਂ ਥਾਵਾਂ ਤੇ ਮਹੰਤਾਂ ਦੇ ਕਬਜ਼ੇ ਸਨ। ਤੇ ਉਹ ਸਾਰੇ ਐਸ਼ੋ ਆਰਾਮ ਦੇ ਵਿੱਚ ਇੰਨੇ ਲੀਨ ਹੋ ਚੁੱਕੇ ਸਨ ਕਿ ਹਰ ਇੱਕ ਪੈਸਾ ਜਿਹੜਾ ਸੀ ਨਾ, ਜੋ ਸੰਗਤਾਂ ਇਹਨਾਂ ਥਾਵਾਂ ਤੇ ਗੁਰ ਅਸਥਾਨ ਸਮਝ ਕੇ ਆ ਕੇ ਭੇਟ ਕਰਦੀਆਂ ਸਨ, ਤੇ ਉਹਨਾਂ ਲੋਕਾਂ ਨੇ ਆਪਣੇ ਲਈ ਵਰਤਣੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਜਿੰਨੇ ਮਹੰਤ ਨੇ, ਇਹਨਾਂ ਨੇ, ਮਾਫ ਕਰਨਾ, ਅਸੀਂ ਸਨਾਤਨ ਮਤ ਦੇ ਵਿੱਚ ਜਿਹੜੇ ਮੰਦਰ ਨੇ ਉਹਨਾਂ ਨੂੰ ਜਦੋਂ ਵੇਖਦੇ ਆ ਨਾ, ਤੇ ਮੰਦਰਾਂ ਦੇ ਵਿੱਚ ਇੱਕ ਦੇਵਦਾਸੀਆਂ ਦੀ ਪ੍ਰਥਾ ਜਿਹੜੀ ਸੀ ਉਹ ਚੱਲੀ। ਤੇ ਉਹ ਦੇਵਦਾਸੀਆਂ ਦੀ ਪ੍ਰਥਾ ਦੇ ਅਨੁਸਾਰ ਕੀ ਸੀ ਕਿ ਜਿਹੜੇ ਮੰਦਰਾਂ ਦੇ ਪੁਜਾਰੀ ਸਨ, ਉਹਨਾਂ ਨੇ ਲੋਕਾਂ ਵਿੱਚ ਪ੍ਰਚਾਰਿਆ ਸੀ ਕਿ ਅਸੀਂ ਪੁਜਾਰੀ ਆ, ਸਾਨੂੰ ਦਾਨ ਦਿੱਤਾ ਜਾਵੇ, ਤੁਹਾਡਾ ਦਿੱਤਾ ਹੋਇਆ ਦਾਨ ਜਿਹੜਾ ਅੱਗੇ ਅਸੀਂ ਪਹੁੰਚਾਵਾਂਗੇ ਤੁਹਾਨੂੰ, ਉਹ ਅੱਗੇ ਸਵਰਗਾਂ 'ਚ ਇਹਦੇ ਨਾਲੋਂ ਕਿਤੇ ਵੱਧ ਮਿਲੇਗਾ। ਔਰ ਉਸ ਦੀ ਆੜ ਲੈ ਕੇ ਇਹਨਾਂ ਨੇ ਬਹੁਤ ਕੁਝ ਲੋਕਾਂ ਕੋਲੋਂ ਲਿਆ। ਉਹ ਗੁਰਬਾਣੀ ਵਿੱਚ ਵੀ ਇਹਦਾ ਜ਼ਿਕਰ ਅਸੀਂ ਪੜ੍ਹਦੇ ਹਾਂ। ਬੜੇ ਲੰਬੇ ਸਮੇਂ ਤੋਂ ਜਿਹੜਾ ਇਹ ਪੁਜਾਰੀ ਸੀ, ਇਹਨੇ ਲੋਕਾਂ ਨੂੰ ਲੁੱਟਿਆ। ਕੇਵਲ ਗੱਲ ਰੁਪਈਏ ਪੈਸੇ ਦੀ ਨਹੀਂ ਰਹੀ, ਕੇਵਲ ਕੁਝ ਵਸਤਾਂ ਪਦਾਰਥ ਜਾਂ ਸੋਨੇ ਚਾਂਦੀ ਤੱਕ ਨਹੀਂ ਗੱਲ ਰਹੀ, ਘੋੜੇ ਹਾਥੀ ਦਾਨ ਦਿੱਤੇ ਜਾਂਦੇ, ਇਹਨਾਂ ਤੱਕ ਗੱਲ ਸੀਮਤ ਨਹੀਂ ਰਹੀ। ਜ਼ਮੀਨਾਂ ਜਿਹੜੀਆਂ ਸਨ ਪੁਜਾਰੀਆਂ ਦੇ ਨਾਮ ਹੋਣ ਲੱਗ ਪਈਆਂ। ਇਹਦੇ ਤੋਂ ਵੀ ਅੱਗੇ ਹੱਦ ਉਸ ਸਮੇਂ ਤੇ ਹੋ ਜਾਂਦੀ ਹੈ ਜਦੋਂ ਧਰਮ ਦੇ ਨਾਂ ਦੇ ਉੱਤੇ ਇੱਥੋਂ ਦੇ ਲੋਕਾਂ ਨੇ ਆਪਣੀਆਂ ਬੇਟੀਆਂ ਜਿਹੜੀਆਂ ਸਨ ਉਹ ਮੰਦਰਾਂ ਦੇ ਵਿੱਚ ਪੁਜਾਰੀਆਂ ਨੂੰ ਦਾਨ ਰੂਪ ਵਿੱਚ ਦੇ ਦਿੱਤੀਆਂ। ਉਹ ਜਿਹੜੀਆਂ ਬੇਟੀਆਂ ਸਨ ਉਹ ਉਹਨਾਂ ਥਾਵਾਂ ਤੇ ਦੇਵਦਾਸੀਆਂ ਬਣ ਗਈਆਂ। ਜਿਹੜੇ ਉਹ ਅਸਥਾਨ ਨੇ ਜਿਨ੍ਹਾਂ ਨੂੰ ਧਾਰਮਿਕ ਸਥਾਨ ਕਿਹਾ ਜਾਂਦਾ ਸੀ, ਕੁਕਰਮਾਂ ਦੇ ਅੱਡੇ ਬਣ ਗਏ। ਉਹ ਦੇਵਦਾਸੀ ਦੀ ਪ੍ਰਥਾ ਜਿਹੜੀ ਇੱਥੋਂ ਚੱਲੀ ਹੈ। ਖੈਰ, ਉਸੇ ਤਰਜ਼ ਦੇ ਉੱਤੇ ਜਿਹੜੇ ਸਿੱਖ ਅਸਥਾਨ ਸਨ, ਜਿਨ੍ਹਾਂ ਥਾਵਾਂ ਦੇ ਉੱਤੇ ਕਿਤੇ ਗੁਰੂ ਸਾਹਿਬਾਨ ਸੰਗਤਾਂ ਵਿੱਚ ਬਹਿ ਕੇ ਉਪਦੇਸ਼ ਦਿੰਦੇ ਰਹੇ ਨੇ ਸਰਬ ਸਾਂਝੀ ਵਾਲਤਾ ਦਾ, ਜਿਨ੍ਹਾਂ ਥਾਵਾਂ ਉੱਤੇ ਬਹਿ ਕੇ ਗੁਰੂ ਸਾਹਿਬ ਹਰ ਇੱਕ ਨੂੰ ਉਪਦੇਸ਼ ਦਿੰਦੇ ਰਹੇ ਨੇ ਕਿ ਜਿਹੜੀਆਂ ਬੁਰਾਈਆਂ ਨੇ ਸਾਡੇ ਜੀਵਨ ਨੂੰ ਖਾ ਲੈਂਦੀਆਂ ਨੇ, ਅਸੀਂ ਇਹਨਾਂ ਬੁਰਾਈਆਂ ਤੋਂ, ਕਾਮ ਤੋਂ, ਕ੍ਰੋਧ ਤੋਂ, ਲੋਭ ਮੋਹ ਹੰਕਾਰ ਤੋਂ ਬਚਣਾ। ਪਰ ਇਹਨਾਂ ਥਾਵਾਂ ਦੇ ਉੱਤੇ ਉਹ ਕੁਕਰਮ ਹੋਣ ਲੱਗ ਪਏ। ਜਿੰਨੇ ਵੀ ਮਹੰਤ ਪੁਜਾਰੀ ਸਨ, ਉਹਨਾਂ ਸਾਰਿਆਂ ਨੇ, ਇੱਕ ਤਾਂ ਉਹਨਾਂ ਦੇ ਆਪਣੇ ਪਰਿਵਾਰ ਸਨ, ਉਹਨਾਂ ਨੇ ਵਿਆਹ ਕਰਾਏ। ਦੂਜਾ, ਉਹਨਾਂ ਨੇ ਦੇਵਦਾਸੀਆਂ ਦੀ ਤਰਜ਼ ਦੇ ਉੱਤੇ ਆਪਣੇ ਰਾਜਿਆਂ ਮਹਾਰਾਜਿਆਂ ਨੇ ਵੀ, ਜਿਵੇਂ ਜੋ ਉਹਨਾਂ ਦੀਆਂ ਕੁਝ ਰਾਣੀਆਂ ਹੁੰਦੀਆਂ ਸਨ, ਉਹਨਾਂ ਤੋਂ ਇਲਾਵਾ ਉਹਨਾਂ ਨੇ ਹੋਰ ਬਹੁਤ ਸਾਰੀਆਂ ਔਰਤਾਂ ਰੱਖੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਰਖੈਲਾ ਸ਼ਬਦ ਦੇ ਨਾਮ ਨਾਲ ਸੰਬੋਧਨ ਕੀਤਾ ਜਾਂਦਾ। ਇਸੇ ਤਰ੍ਹਾਂ ਧਾਰਮਿਕ ਅਸਥਾਨਾਂ ਤੇ ਮਹੰਤਾਂ ਨੇ ਰਖੇਲਾ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਇਹ ਇਤਿਹਾਸ ਦਾ ਸੱਚ ਹੈ। ਔਰ ਇਹਦੇ ਤੋਂ ਇਲਾਵਾ ਇਹਨਾਂ ਅਸਥਾਨਾਂ ਤੇ ਸ੍ਰੀ ਹਰਿਮੰਦਰ ਸਾਹਿਬ, ਤਰਨਤਾਰਨ, ਨਨਕਾਣਾ ਸਾਹਿਬ, ਇਹਨਾਂ ਥਾਵਾਂ ਦੇ ਉੱਤੇ ਜਿਹੜੀ ਸੰਗਤ ਸੀ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਜਾਂਦੀ ਸੀ ਕਿ ਅਸੀਂ ਗੁਰ ਅਸਥਾਨ ਤੇ ਜਾਣਾ। ਪਰ ਉਹਨਾਂ ਥਾਵਾਂ ਦੇ ਉੱਤੇ ਗੁੰਡੇ ਮਹੰਤ ਜਿਹੜੇ ਸਨ, ਇਹ ਲੋਕਾਂ ਨੂੰ ਲੁੱਟਦੇ ਵੀ ਨੇ, ਕਤਲ ਵੀ ਕਰ ਦਿੰਦੇ ਸਨ, ਤੇ ਇੱਥੇ ਬੇਪਤੀਆਂ ਹੁੰਦੀਆਂ ਰਹੀਆਂ ਨੇ। ਇਹਨਾਂ ਥਾਵਾਂ ਦੇ ਉੱਤੇ ਉਹਨਾਂ ਦਾ ਇਹੋ ਜਿਹਾ ਪ੍ਰਬੰਧ ਹੋ ਗਿਆ, ਸ਼ਰਾਬਾਂ ਪੀਣੀਆਂ। ਦੇਖੋ, ਉਹ ਨਾਮ ਦੇ ਮਹੰਤ ਸਨ। ਨਾਮ ਦੇ ਮਹੰਤ ਹੋਣ ਕਰਕੇ ਉਹਨਾਂ ਨੇ ਨਿੱਜੀ ਪ੍ਰਾਪਰਟੀ ਆਪਣੀ ਬਣਾ ਲਈ ਸੀ, ਗੁਰਦੁਆਰੇ ਨੂੰ, ਧਾਰਮਿਕ ਸਥਾਨ ਨੂੰ। ਨਿੱਜੀ ਪ੍ਰਾਪਰਟੀ ਦੇ ਨਾਲ ਉਹਨਾਂ ਨੇ ਇਹ ਥਾਂ ਜਿਹੜੇ ਸਨ ਆਪਣੀ ਐਸ਼ੋ ਆਰਾਮ ਦੇ ਅੱਡੇ ਬਣਾ ਲਏ ਨੇ। ਸ਼ਰਾਬਾਂ ਪੀਂਦੇ, ਨਸ਼ੇ ਕਰਦੇ, ਤੇ ਇੱਥੇ ਕੁਕਰਮ ਚੱਲਦੇ ਨੇ। ਇੱਥੋਂ ਤੱਕ ਕਿ ਇਹਨਾਂ ਸਾਰਿਆਂ ਮਹੰਤਾਂ ਨੇ ਸਾਰਿਆਂ ਥਾਵਾਂ ਦੇ ਉੱਤੇ ਆਪੋ ਆਪਣੇ ਗੁੰਡੇ ਰੱਖੇ ਹੋਏ ਸਨ, ਜਿਨ੍ਹਾਂ ਦੇ ਕੋਲ ਉਸ ਸਮੇਂ ਦੇ ਹਥਿਆਰ ਹੁੰਦੇ ਨੇ। ਇਹਨਾਂ ਨੇ ਟੋਕੇ, ਗੰਡਾਸੇ, ਕਿਰਪਾਨਾਂ, ਬੰਦੂਕਾਂ, ਇਹ ਸਾਰਾ ਕੁਝ ਰੱਖਿਆ ਹੁੰਦਾ ਸੀ ਆਪਣੇ ਕੋਲ।
ਤੇ ਮਹੰਤ ਜਿਹੜਾ ਸੀ ਇਹਨਾਂ ਸਾਰਿਆਂ ਦਾ ਇੱਕ ਮੁਖੀ ਹੁੰਦਾ ਸੀ ਤੇ ਕਦੇ ਵੀ ਕੋਈ ਉਹਨੂੰ ਗੱਲ ਨਹੀਂ ਸੀ ਕਹਿ ਸਕਦਾ ਕਿਉਂਕਿ ਮਹੰਤ ਦਾ ਹੁਕਮ ਚੱਲਦਾ ਸੀ। ਤੋ ਇਹਨਾਂ ਥਾਵਾਂ ਦੇ ਆਹ ਹਾਲ ਹੋ ਗਏ। ਇਹਨਾਂ ਨੂੰ ਮੁੱਖ ਰੱਖ ਕੇ ਸਨ 1920 ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਂਦੇ ਹੈ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਰਾਜਨੀਤਿਕ ਪਾਰਟੀ ਉਹਦੇ ਨਾਲ ਬਣਾਈ ਜਾਂਦੀ ਹੈ। ਸ਼੍ਰੋਮਣੀ ਕਮੇਟੀ ਜਿਹੜੀ ਸੀ ਗੁਰਦੁਆਰਿਆਂ ਦੇ ਪ੍ਰਬੰਧ ਦੇ ਲਈ ਤੇ ਦੂਜਾ ਜਿਹੜਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਯੋਗ ਵਾਸਤੇ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਜਿਹੜਾ ਸੀ ਇਹ ਇੱਕ ਪਾਰਟੀ ਬਣਾਈ ਜਾਂਦੀ ਹੈ, ਰਾਜਨੀਤਿਕ ਪਾਰਟੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਧਾਰਮਿਕ ਕਮੇਟੀ ਸੀ ਗੁਰਦੁਆਰਿਆਂ ਦਾ ਪ੍ਰਬੰਧ ਲੈਣ ਵਾਸਤੇ। ਉਹਨਾਂ ਸਮਿਆਂ ਤੇ ਫਿਰ ਗੁਰਦੁਆਰਾ ਸੁਧਾਰ ਲਹਿਰ ਚੱਲੀ ਹੈ। ਇਹ ਵੇਖੋ ਅੱਜ ਤੋਂ ਇੱਕ 100 ਸਾਲ ਪਹਿਲਾਂ ਦੀ ਲਗਭਗ 100 ਸਾਲ ਪਹਿਲਾਂ ਦੀਆਂ ਗੱਲਾਂ ਨੇ। ਆ ਜੋ ਕੁਝ ਦੱਸਿਆ ਜਾ ਰਿਹਾ 100 ਸਾਲ ਪਹਿਲਾਂ ਇਹ ਵਰਤਦਾ ਰਿਹਾ। ਇਹ ਇਸ ਕਰਕੇ ਵਰਤਿਆ ਕਿਉਂਕਿ ਜਿਹੜਾ 1708 ਤੋਂ ਲੈ ਕੇ ਤੇ ਅੰਗਰੇਜ਼ਾਂ ਦੇ ਭਾਰਤ ਉੱਤੇ ਕਾਬਜ ਹੋਣ ਤੱਕ ਇਹ ਜਿਹੜਾ ਸਮਾਂ ਸੀ ਪੌਣੇ 200 ਸਾਲ ਤੱਕ ਜਿਹੜੇ ਗੁਰ ਅਸਥਾਨ ਸਨ ਸਿੱਖ ਉਹਨਾਂ ਤੋਂ ਦੂਰ ਹੋ ਗਏ ਨੇ ਕਿਉਂਕਿ ਉਹ ਜੰਗਾਂ ਯੁੱਧ ਦੇ ਇਹੋ ਜਿਹੇ ਸਮੇਂ ਸਨ, ਕੁਰਬਾਨੀਆਂ ਬੜੀਆਂ ਦਿੱਤੀਆਂ, ਕੌਮ ਦਾ ਰਾਜ ਆ ਗਿਆ ਪਰ ਧਾਰਮਿਕ ਅਸਥਾਨਾਂ ਨੂੰ ਗਵਾ ਲਿਆ। ਇਹ ਇੱਕ ਸੱਚ ਹੈ ਸਾਡੇ ਇਤਿਹਾਸ ਦਾ ਕਿ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਦੇ ਕੇ ਰੋਜ਼ ਕਤਲ ਹੁੰਦੇ ਰਹੇ ਨੇ। ਇਹਨਾਂ ਨੇ ਪੰਜਾਬ ਦੇ ਵਿੱਚ ਸਿੱਖ ਰਾਜ ਤਾਂ ਕਾਇਮ ਕਰ ਲਿਆ ਪਰ ਹੌਲੀ ਹੌਲੀ ਕਰਕੇ ਉਹ ਰਾਜ ਵੀ ਵਿਪਰਤੀ ਭੇਟ ਚੜ ਗਿਆ ਔਰ ਇਹਦੇ ਨਾਲ ਉਸ ਸਾਰੇ ਸਮੇਂ ਦੇ ਦੌਰਾਨ ਸਿੱਖ ਅਸਥਾਨਾਂ ਤੋਂ ਜਿਹੜੀ ਸਿੱਖ ਸਿਧਾਂਤ ਸਨ ਉਹ ਅਲੋਪ ਹੋ ਗਏ। ਸਿੱਖ ਅਸਥਾਨ ਜਿਹੜੇ ਧਾਰਮਿਕ ਸਥਾਨ ਸਨ ਉਹ ਸਿੱਖਾਂ ਨੇ ਗਵਾਲੇ ਕਿਉਂਕਿ ਇਹਨਾਂ ਥਾਵਾਂ ਤੇ ਮਹੰਤ ਕਾਬਜ ਹੋ ਗਏ ਤੇ ਅੰਗਰੇਜ਼ਾਂ ਨੇ ਇਹਨਾਂ ਨੂੰ ਪੂਰੀ ਸ਼ਹਿ ਦਿੱਤੀ, ਇਹਨਾਂ ਨੂੰ ਤਾਕਤਾਂ ਦਿੱਤੀਆਂ। ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਹੈ 1920 ਦੇ ਕਰੀਬ ਉਦੋਂ ਫਿਰ ਇਹ ਜਿਹੜੇ ਅਸਥਾਨ ਸਨ ਇਹਨਾਂ ਦਾ ਕਬਜ਼ਾ ਲੈਣ ਵਾਸਤੇ ਭਈ ਇਹ ਜਿਹੜੇ ਅਸਥਾਨ ਨੇ ਇਹਨਾਂ ਥਾਵਾਂ ਦੇ ਉੱਤੇ ਕੋਈ ਪ੍ਰਬੰਧ ਨਹੀਂ ਹੈ, ਕੋਈ ਇੱਥੇ ਸਿੱਖ ਸਿਧਾਂਤ ਨਹੀਂ, ਕੋਈ ਮਰਿਆਦਾ ਨਹੀਂ ਹੈ, ਇਹ ਤਾਂ ਐਸ਼ੋ ਆਰਾਮ ਦੇ ਅੱਡੇ ਬਣ ਚੁੱਕੇ ਨੇ, ਇਹ ਤਾਂ ਨਿੱਜੀ ਪ੍ਰਾਪਰਟੀਆਂ ਬਣ ਚੁੱਕੀਆਂ ਨੇ। ਇਹਨਾਂ ਥਾਵਾਂ ਉੱਤੇ ਆਉਣ ਵਾਸਤੇ ਜਿਹੜੇ ਸਿੱਖ ਸ਼ਰਧਾਲੂ ਨੇ ਉਹ ਕਈ ਵਾਰੀ ਸੋਚਦੇ ਨੇ ਔਰ ਇੱਥੋਂ ਤੱਕ ਵੀ ਗੁਰ ਅਸਥਾਨ ਜਿੱਥੇ ਸਾਰਿਆਂ ਨੂੰ ਸਮਾਨ ਰੂਪ ਵਿੱਚ ਦਰਜਾ ਦਿੱਤਾ ਜਾਂਦਾ ਸੀ, ਸਾਡੇ ਇਹਨਾਂ ਥਾਵਾਂ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਇਤਿਹਾਸ ਹੈ ਕਿ ਇਹਨਾਂ ਥਾਵਾਂ ਦੇ ਉੱਤੇ ਨੀਵੀਆਂ ਜਾਤਾਂ ਵਾਲਿਆਂ ਨੂੰ ਆਉਣ ਦੀ ਮਨਾਹੀ ਕਰ ਦਿੱਤੀ ਗਈ। ਉਹਨਾਂ ਦੀ ਅਰਦਾਸ ਨਹੀਂ ਸੀ ਹੁੰਦੀ, ਉਹ ਇੱਥੇ ਅੰਦਰ ਦਾਖਲ ਨਹੀਂ ਸਨ ਹੋ ਸਕਦੇ। ਇੱਥੋਂ ਤੱਕ ਇਹ ਮਹੰਤਾਂ ਨੇ ਇਹੋ ਜਿਹਾ ਸਿਸਟਮ ਬਣਾ ਦਿੱਤਾ। ਪਰ ਉਸ ਸਮੇਂ ਦੇ ਉੱਤੇ ਜਿਹੜੇ ਪੰਥ ਦਰਦੀ ਸਨ ਉਹਨਾਂ ਨੇ ਮਿਲ ਕੇ ਤੇ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਉਹ ਸ਼ੁਰੂ ਕੀਤੀ। ਹੁਣ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਸ਼ੁਰੂ ਹੋ ਗਈ ਹੈ ਉਹਦੇ ਵਿੱਚ ਉਹਦਾ ਕਾਰਨ ਕੀ ਸੀ? ਤਰਨ ਤਾਰਨ ਦੇ ਵਿੱਚ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇਹੋ ਜਿਹੀਆਂ ਕੁਝ ਘਟਨਾਵਾਂ ਵਾਪਰੀਆਂ ਕਿਉਂਕਿ ਸਾਡਾ ਜਿਹੜਾ ਅੱਜ ਦਾ ਸੰਬੰਧ ਹੈ ਉਹ ਹੈ ਪੰਜਾ ਸਾਹਿਬ ਦੇ ਨਾਲ ਕਿ ਅੱਜ ਦਾ ਇਤਿਹਾਸ ਜਿਹੜਾ ਉਹ ਪੰਜਾ ਸਾਹਿਬ ਦਾ ਸਾਕਾ ਹੋਇਆ ਸੀ, ਕਿਵੇਂ ਹੋਇਆ ਤੇ ਉਹ ਸਾਕਾ ਕੀ ਸੀ। ਹੁਣ ਇਹ ਜਿਹੜੇ ਪ੍ਰਬੰਧ ਸਿੱਖਾਂ ਨੇ ਲੈਣੇ ਸ਼ੁਰੂ ਕਰ ਦਿੱਤੇ। ਹਰਿਮੰਦਰ ਸਾਹਿਬ ਦਾ ਜਾਂ ਤਰਨ ਤਾਰਨ ਸਾਹਿਬ ਇਹਨਾਂ ਥਾਵਾਂ ਤੋਂ ਜਿਹੜੇ ਸੀ ਪ੍ਰਬੰਧ ਜਿਹੜੇ ਉਹ ਵੇਖੇ ਨੇ ਤੇ ਸਿੱਖ ਬੜੇ ਦੁਖੀ ਹੋਏ। ਉਹਨਾਂ ਸਮਿਆਂ ਦੇ ਉੱਤੇ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਸੀ ਘੂਕੇਵਾਲੀ ਪਿੰਡ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਹੋਏ ਸਨ। ਇਹ ਉਹਨਾਂ ਦਾ ਇੱਕ ਇਤਿਹਾਸਕ ਸਥਾਨ ਸੀ। ਉਹਨਾਂ ਦੀ ਯਾਦ ਦੇ ਵਿੱਚ ਇੱਥੇ ਇੱਕ ਗੁਰਦੁਆਰਾ ਬਣਿਆ ਹੋਇਆ ਸੀ, ਉਹਦਾ ਨਾਮ ਸੀ ਗੁਰੂ ਦਾ ਬਾਗ। ਤੇ ਗੁਰੂ ਕਾ ਬਾਗ ਜਿਹੜਾ ਸੀ ਉਹਦੇ ਨਾਲ ਜਿਹੜਾ ਇਹ ਅਸਥਾਨ ਬਣਿਆ ਉਹਦੇ ਨਾਲ ਇੱਕ ਬਾਗ ਬੜਾ ਵੱਡਾ ਸੀ, ਉਹ ਗੁਰਦੁਆਰੇ ਦੇ ਨਾਮ ਜ਼ਮੀਨ ਲੱਗੀ ਹੋਈ ਸੀ। ਇਸ ਅਸਥਾਨ ਦਾ ਜਿਹੜਾ ਮਹੰਤ ਸੀ ਉਹਦਾ ਨਾਮ ਸੀ ਸੁੰਦਰਦਾਸ। ਸੁੰਦਰਦਾਸ ਨਾਮ ਦਾ ਮਹੰਤ ਜਿਹੜਾ ਇੱਥੇ ਕਾਬਜ ਹੈ ਲੰਬੇ ਸਮੇਂ ਤੋਂ ਉਸੇ ਤਰ੍ਹਾਂ ਹੀ ਜਿਵੇਂ ਨਨਕਾਣਾ ਸਾਹਿਬ ਦੇ ਵਿੱਚ, ਜਿਵੇਂ ਅੰਮ੍ਰਿਤਸਰ ਵਿੱਚ, ਤਰਨ ਤਾਰਨ ਦੇ ਵਿੱਚ ਜਿਵੇਂ ਮਹੰਤ ਕਾਬਜ ਸਨ ਤੇ ਉਹਨਾਂ ਮਹੰਤਾਂ ਨੇ ਐਸ਼ੋ ਆਰਾਮ ਦੇ ਵਿੱਚ ਕੁਕਰਮ ਵੀ ਕੀਤੇ। ਹਰ ਤਰ੍ਹਾਂ ਦੀ ਬੁਰਾਈ ਉੱਥੇ ਕੀਤੀ ਜਾਂਦੀ ਸੀ, ਸ਼ਰਾਬਾਂ ਕੱਢੀਆਂ ਤੇ ਪੀਤੀਆਂ ਜਾਂਦੀਆਂ ਸਨ, ਗੁੰਡੇ ਰੱਖੇ ਹੋਏ ਸਨ, ਡਰ ਕਿਸੇ ਦਾ ਨਹੀਂ ਸੀ, ਸਾਰੇ ਮਹੰਤ ਇਸ ਤਰ੍ਹਾਂ ਦੇ ਸਨ। ਤੋ ਇੱਥੇ ਦਾ ਜਿਹੜਾ ਸੁੰਦਰਦਾਸ ਨਾਮ ਦਾ ਮਹੰਤ ਸੀ ਉਹ ਵੀ ਇਸੇ ਤਰ੍ਹਾਂ ਦਾ ਹੈ।
ਉਹਨਾਂ ਸਮਿਆਂ 'ਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਪਈ ਆ, ਥਾਂ ਥਾਂ ਤੋਂ ਗੁਰਦੁਆਰਿਆਂ ਦੇ ਕਬਜ਼ੇ ਲਏ ਜਾ ਰਹੇ ਨੇ, ਤੇ ਕੁਝ ਸਿੱਖ ਜਿਹੜੇ ਨੇ ਇਕੱਠੇ ਹੋ ਕੇ ਨੇ ਤੇ ਮਹੰਤ ਸੁੰਦਰਦਾਸ ਦੇ ਕੋਲ ਜਾਂਦੇ ਨੇ। ਉਹਨੂੰ ਜਾ ਕੇ ਇਹਨਾਂ ਨੇ ਸਮਝਾਇਆ। ਇਹ ਗੱਲ ਜਿਹੜੀ ਹੈ ਸ਼ੁਰੂ ਹੁੰਦੀ ਹੈ 1921 ਦੇ ਵਿੱਚ, ਤੇ ਜਨਵਰੀ ਮਹੀਨੇ ਵਿੱਚ 31 ਜਨਵਰੀ 1921 ਦੇ ਵਿੱਚ ਕੁਝ ਸਿੱਖ ਇਕੱਠੇ ਹੋ ਕੇ ਗਏ ਨੇ ਮਹੰਤ ਸੁੰਦਰਦਾਸ ਦੇ ਕੋਲ। ਉਹਨੂੰ ਜਾ ਕੇ ਇਹਨਾਂ ਨੇ ਸਮਝਾ ਕੇ ਆਖਿਆ ਵੀ ਦੇਖੋ ਇਹ ਗੁਰ ਅਸਥਾਨ ਹੈ, ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਯਾਦਾਂ ਇੱਥੇ ਜੁੜੀਆਂ ਨੇ, ਉਹਨਾਂ ਦੀ ਦਾ ਇਹ ਇਤਿਹਾਸਕ ਅਸਥਾਨ ਹੈ। ਸਿੱਖ ਸੰਗਤਾਂ ਬੜੇ ਪਿਆਰ ਨਾਲ ਆਉਂਦੀਆਂ ਨੇ, ਤੇ ਜੋ ਕੁਝ ਤੁਸੀਂ ਕਰਦੇ ਪਏ ਹੋ ਨਾ, ਹੁਣ ਤਾਂ ਇੱਕ ਇੱਥੋਂ ਦਾ ਪ੍ਰਵਾਹ ਚੱਲ ਚੁੱਕਿਆ ਵੀ ਸਾਰਿਆਂ ਥਾਵਾਂ ਤੋਂ ਮਹੰਤਾਂ ਕੋਲੋਂ ਕਬਜ਼ਾ ਲਿਆ ਜਾ ਰਿਹਾ। ਜਾਂ ਤਾਂ ਤੁਸੀਂ ਆਪਣੇ ਆਪ ਨੂੰ ਬਦਲ ਲਓ ਤੇ ਇਸ ਅਸਥਾਨ ਦੇ ਉੱਤੇ ਸਿੱਖ ਰਹੁ ਰੀਤਾਂ ਦੇ ਅਨੁਸਾਰ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਸਮੇਂ ਦੇ ਉੱਤੇ ਖਰੜਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਸਨ 1945 ਦੇ ਕਰੀਬ ਜਾ ਕੇ ਸਿੱਖ ਰਹਿਤ ਮਰਿਆਦਾ ਜਿਹੜੀ ਸੀ ਉਹ ਹੋਂਦ ਵਿੱਚ ਆਈ ਹੈ। ਪਰ ਉਹਦੇ ਤੋਂ ਪਹਿਲਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਉਹਨੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਕਿਵੇਂ ਚਲਾਉਣਾ, ਉੱਥੇ ਮਰਿਆਦਾ ਕਿਵੇਂ ਦੀ ਹੋਣੀ ਚਾਹੀਦੀ ਹੈ, ਉਹਦੇ ਲਈ ਉਹਨਾਂ ਨੇ ਖਾਸ ਕਰਕੇ ਕੁਝ ਵਿਚਾਰਾਂ ਜਿਹੜੀਆਂ ਉਹ ਲਿਖਤੀ ਰੂਪ ਦੇ ਵਿੱਚ ਬਣਾ ਲਈਆਂ ਸਨ ਵੀ ਇੱਥੋਂ ਦੇ ਗੁਰਦੁਆਰਿਆਂ ਦੇ ਪ੍ਰਬੰਧ ਇਹੋ ਜਿਹੇ ਹੋਣੇ ਚਾਹੀਦੇ ਨੇ। ਉਹ ਜਿਹੜੇ ਸਿੱਖ ਜਾ ਕੇ ਮਿਲੇ ਨੇ ਮਹੰਤ ਸੁੰਦਰਦਾਸ ਨੂੰ, ਉਹਨੂੰ ਜਾ ਕੇ ਕਿਹਾ ਭਈ ਜਾਂ ਤਾਂ ਤੁਸੀਂ ਇਸ ਵਿਚਾਰ ਨੂੰ ਮੰਨ ਲਓ ਵੀ ਇਹਦੇ ਅਨੁਸਾਰੀ ਹੋ ਜਾਓ, ਜਾਂ ਇੱਥੋਂ ਦਾ ਤੁਹਾਨੂੰ ਪ੍ਰਬੰਧ ਛੱਡਣਾ ਪਏਗਾ। ਹੁਣ ਬੜੇ ਲੰਬੇ ਸਮੇਂ ਤੋਂ ਸੀ ਉਹ ਉੱਥੋਂ ਦਾ ਕਾਬਜ਼, ਉਹ ਇਹਨੂੰ ਆਪਣੀ ਨਿੱਜੀ ਪ੍ਰਾਪਰਟੀ ਸਮਝਦਾ ਸੀ। ਉਹ ਇੱਥੋਂ ਦੀ ਆਮਦਨ ਦੇ ਨਾਲ ਆਪਣੀ ਐਸ਼ੋ ਆਰਾਮ ਕਰਦਾ ਪਿਆ, ਕਿਵੇਂ ਛੱਡ ਦੇ। ਉਹਨੇ ਸਿੱਖਾਂ ਦੇ ਨਾਲ ਇੱਕ ਗੱਲ ਕੀਤੀ, ਉਹ ਆਖਦਾ ਪਿਆ ਵੀ ਮੈਂ ਇੱਥੇ ਪ੍ਰਬੰਧ ਜਿਹੜਾ ਨਾ ਜਿਵੇਂ ਤੁਸੀਂ ਕਹਿੰਦੇ ਹੋ ਉਹੋ ਜਿਹਾ ਬਣਾ ਲੈਣਾ। ਔਰ ਇਹਦੇ ਤੋਂ ਇਲਾਵਾ ਉਹਨੇ ਸਿੱਖਾਂ ਦੇ ਅੱਗੇ ਇੱਕ ਵਾਅਦਾ ਇਹ ਕੀਤਾ, ਉਹ ਕਹਿੰਦਾ ਪਿਆ ਵੀ ਮੈਂ ਹੁਣ ਸਿੱਖ ਬਣ ਜਾਗਾ, ਮੈਂ ਮਹੰਤ ਨਹੀਂ ਰਵਾਂਗਾ, ਮੈਂ ਅੰਮ੍ਰਿਤ ਛਕ ਲਾਂਗਾ। ਉਹਦਾ ਨਾਮ ਸੀ ਸੁੰਦਰਦਾਸ। ਔਰ ਇਹਦੇ ਤੋਂ ਇਲਾਵਾ ਉਹਨੇ ਉਸੇ ਸਥਾਨ ਤੇ ਗੁਰੂ ਕੇ ਬਾਗ ਦਾ ਜਿਹੜਾ ਅਸਥਾਨ ਹੈ, ਉੱਥੇ ਉਹਨੇ ਆਪਣੀ ਇੱਕ ਰਖੇਲ ਰੱਖੀ ਹੋਈ ਹੈ। ਉਹਦੇ ਨਾਲ ਉਹਨੇ ਸਿੱਖਾਂ ਨੇ ਆਖਿਆ, ਜਥਿਆਂ ਨੇ, ਵੀ ਜਾਂ ਤਾਂ ਇਹਦੇ ਨਾਲ ਵਿਆਹ ਕਰ ਲੈ ਤੇ ਜਾਂ ਇਹਨੂੰ ਛੱਡ ਦੇ। ਇਹ ਗੱਲ ਆਖ ਦਿੱਤੀ। ਉਹਨੇ ਆਖਿਆ ਜੀ ਮੈਂ ਇਹਦੇ ਨਾਲ ਵਿਆਹ ਕਰ ਲੈਣਾ। ਹੁਣ ਇਹ ਦੋਨੋਂ ਜਾਣੇ ਜਿਹੜੇ ਨੇ, ਇਹਨਾਂ ਨੇ ਇੱਕ ਤਾਂ ਉਹ ਜੋ ਮਰਿਆਦਾ ਦਿੱਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਸੀ, ਉਹਨੂੰ ਇਹਨੇ ਲਾਗੂ ਕਰਨ ਦਾ ਵਚਨ ਕਰ ਦਿੱਤਾ, ਵਾਅਦਾ ਕਰ ਦਿੱਤਾ। ਦੂਜਾ, ਇਹਨੇ ਅੰਮ੍ਰਿਤ ਛਕਿਆ ਖੰਡੇ ਕੀ ਪੌਲ ਲਈ। ਹੁਣ ਸੁੰਦਰਦਾਸ ਜਿਹੜਾ ਸੀ, ਇਹਦਾ ਨਾਮ ਬਦਲਿਆ ਗਿਆ ਤੇ ਇਹਦਾ ਨਾਮ ਜਿਹੜਾ ਸੀ ਉਹ ਜੋਗਿੰਦਰ ਸਿੰਘ ਰੱਖਿਆ ਜਾਂਦਾ। ਇਹਨੇ ਆਪਣਾ ਨਾਮ ਰੱਖ ਲਿਆ ਜੋਗਿੰਦਰ ਸਿੰਘ। ਸੁੰਦਰਦਾਸ ਤੋਂ ਜੋਗਿੰਦਰ ਸਿੰਘ ਬਣ ਗਿਆ। ਇਹਦੀ ਜਿਹੜੀ ਰਖੇਲ ਸੀ, ਉਹਦੇ ਜਦੋਂ ਅੰਮ੍ਰਿਤ ਛਕਿਆ, ਇਹਦੇ ਨਾਲ ਹੀ ਉਹਦਾ ਨਾਮ ਰੱਖਿਆ ਗਿਆ ਗਿਆਨ ਕੌਰ। ਔਰ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਵਿਆਹ ਕੀਤਾ, ਆਨੰਦ ਕਾਰਜ ਕੀਤਾ। ਸੁੰਦਰਦਾਸ ਤੇ ਜੋਗਿੰਦਰ ਸਿੰਘ ਤੇ ਗਿਆਨ ਕੌਰ ਨੇ 2 ਮਹੀਨੇ ਜਿਹੜਾ ਗੁਰੂ ਕੇ ਬਾਗ ਦੇ ਅਸਥਾਨ ਦੇ ਉੱਤੇ ਪ੍ਰਬੰਧ ਇਹਨੇ ਚੰਗਾ ਚਲਾਇਆ, ਵੀ ਜਿਵੇਂ ਦੀ ਮਰਿਆਦਾ ਉੱਥੇ ਬਣਾਈ ਗਈ ਸੀ, ਆਖਿਆ ਜੀ ਮੈਂ ਇੱਥੋਂ ਦਾ ਪ੍ਰਬੰਧ ਉਸੇ ਤਰ੍ਹਾਂ ਚਲਾਉ। ਉਹਦੇ ਤੋਂ ਬਾਅਦ ਕਿਉਂਕਿ ਹੁਣ ਜਿਹਨੂੰ ਆਦਤਾਂ ਪਈਆਂ ਸਨ ਐਸ਼ੋ ਆਰਾਮ ਦੀਆਂ, ਕੁਝ ਸਮੇਂ ਦੇ ਲਈ ਉਹਨੇ ਆਪਣੇ ਆਪ ਨੂੰ ਰੋਕ ਤਾਂ ਲਿਆ, ਪਰ ਉਹਨਾਂ ਆਦਤਾਂ ਨੂੰ, ਉਸ ਐਸ਼ੋ ਆਰਾਮ ਨੂੰ, ਉਹਨਾਂ ਕੁਕਰਮਾਂ ਨੂੰ, ਉਹ ਬਣੇ ਹੋਏ ਸੁਭਾਅ ਨੂੰ ਬਦਲਣਾ ਔਖਾ ਸੀ। ਹੁਣ ਗੱਲਾਂ ਸਾਰੀਆਂ, ਉਹਦੇ ਸਾਥੀ ਨੇ, ਗੁੰਡੇ ਉਹਨੇ ਆਪਣੇ ਰੱਖੇ ਹੋਏ ਨੇ। ਉਹਨੂੰ ਇਹ ਸੀ ਖਿਆਲ ਵੀ ਮੇਰੇ ਵੱਲ ਕੋਈ ਦੇਖਣ ਵਾਲਾ ਨਹੀਂ, ਮੈਂ ਜੋ ਕਰਾਂਗਾ ਆਪਣੀ ਮਰਜ਼ੀ ਨਾਲ ਕਰਾਂਗਾ, ਕੋਈ ਮੇਰੀ ਵਾਹ ਵੱਲ ਨਹੀਂ ਦੇਖ ਸਕਦਾ। ਹੁਣ ਉਹ ਆਦਤਾਂ ਬਣੀਆਂ ਹੋਈਆਂ ਨੇ, ਉਹਨਾਂ ਆਦਤਾਂ ਤੋਂ ਉਹ ਮਜਬੂਰ ਸੀ। ਉਹਨੂੰ ਲੱਗਿਆ ਵੀ ਜੇ ਮੈਂ ਇਸੇ ਤਰ੍ਹਾਂ ਬਣਿਆ ਰਿਹਾ ਤੇ ਮੈਂ ਸਿੱਖਾਂ ਦੇ ਅਨੁਸਾਰ ਚੱਲਦਾ ਰਿਹਾ, ਤੇ ਕੱਲ ਨੂੰ ਮੇਰੇ ਕੋਲੋਂ ਸਾਰਾ ਕੁਝ ਇਹਨਾਂ ਨੇ ਖੋਹ ਲੈਣਾ, ਆਮਦਨ ਵੀ ਇੱਥੋਂ ਦੀ ਲੈਣੀ ਹੈ। ਉਹਨੇ ਜੋ ਪਹਿਲਾਂ ਵਾਅਦਾ ਕੀਤਾ ਸੀ ਉਹ ਮਰਿਆਦਾ ਬਦਲ ਦਿੱਤੀ। ਜਿਵੇਂ ਪਹਿਲਾਂ ਚੱਲਦਾ ਸੀ ਉਸੇ ਤਰ੍ਹਾਂ ਹੀ ਫੇਰ ਚੱਲਣ ਲੱਗ ਪਿਆ। ਪ੍ਰਬੰਧ ਉਹਨੇ ਪਹਿਲਾਂ ਦੀ ਤਰ੍ਹਾਂ ਫੇਰ ਲਾਗੂ ਕਰ ਦਿੱਤਾ। ਕੇਵਲ 2 ਮਹੀਨੇ ਉਹਨੇ ਉੱਥੋਂ ਦਾ ਪ੍ਰਬੰਧ ਜਿਹੜਾ ਸੀ ਚਲਾਇਆ। ਉਹਦੇ ਤੋਂ ਅੱਗੇ ਜਦੋਂ ਸਿੱਖਾਂ ਨੂੰ ਪਤਾ ਲੱਗਦਾ ਜੀ ਉਹ ਜੋਗਿੰਦਰ ਸਿੰਘ ਫੇਰ ਸੁੰਦਰਦਾਸ ਬਣ ਗਿਆ, ਉਹ ਜਿਹੜਾ ਅੰਮ੍ਰਿਤ ਛਕਿਆ ਸੀ ਫੇਰ ਉਹਨੇ ਉਹ ਕਿਰਪਾਨ ਲਾ ਦਿੱਤੀ ਹੈ, ਉਹ ਫੇਰ ਉਸੇ ਤਰ੍ਹਾਂ ਹੀ ਉਹਨੇ ਐਸ਼ੋ ਆਰਾਮ ਦਾ ਅੱਡਾ ਗੁਰੂ ਕੇ ਬਾਗ ਨੂੰ ਬਣਾ ਲਿਆ। ਉਹ ਸਿੱਖ ਉਹਦੇ ਕੋਲ ਫੇਰ ਜਾਂਦੇ ਨੇ, ਉਹਨੂੰ ਸਮਝਾਉਂਦੇ ਨੇ। ਉਹ ਹੁਣ ਉਹਨਾਂ ਦੀ ਗੱਲ ਨਹੀਂ ਮੰਨਦਾ।
ਸੁੰਦਰਦਾਸ ਜਿਹੜਾ ਸੀ ਉਹਨੇ ਗੱਲ ਮੰਨਣ ਤੋਂ ਨਾ ਕਰ ਦਿੱਤੀ। ਉਹ ਕਹਿੰਦਾ ਮੈਂ ਨਹੀਂ ਤੁਹਾਡੇ ਅਨੁਸਾਰ ਹੀ ਚੱਲਣਾ, ਕੱਲ੍ਹ ਨੂੰ ਤੁਸੀਂ ਸਾਰਾ ਕੁਝ ਮੇਰੇ ਕੋਲੋਂ ਖੋਲੋਗੇ। ਉਹਨੇ ਇਹ ਗੱਲਾਂ ਕਹਿ ਦਿੱਤੀਆਂ। ਵਾਰ-ਵਾਰ ਸਿੱਖ ਗਏ, ਇੱਥੋਂ ਤੱਕ ਕਿ ਸਿੱਖਾਂ ਨੇ ਆਖਿਆ ਵੀ ਇਹ ਅਸਥਾਨ ਛੱਡ ਦੇ, ਜੇ ਤੂੰ ਇਸੇ ਤਰ੍ਹਾਂ ਰਹਿਣਾ। ਤੇ ਉਦੋਂ 120 ਰੁਪਏ ਦੇ ਕਿਰਾਏ ਦੇ ਉੱਤੇ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਘਰ ਲੈ ਕੇ ਦਿੱਤਾ। 120 ਰੁਪਈਆ ਜਿਹੜਾ ਸੀ ਕਿਰਾਇਆ ਸੀ ਦਿਨਾਂ 'ਚ। ਉਹਨੇ ਉਹ ਘਰ ਵੀ ਲੈ ਲਿਆ, ਪਰ ਉਹ ਬਾਜ ਨਾ ਆਇਆ। ਸਿੱਖਾਂ ਨੇ ਆਖਣਾ ਸ਼ੁਰੂ ਕਰ ਦਿੱਤਾ ਵੀ ਅਸੀਂ ਇੱਥੇ ਜਿਹੜਾ ਪ੍ਰਬੰਧ ਹੈ ਉਹ ਜਿਵੇਂ ਤੂੰ ਚਲਾਉਣਾ ਉਹ ਨਹੀਂ ਚੱਲਣ ਦੇਣਾ, ਅਸੀਂ ਤਾਂ ਇੱਥੇ ਜਿਹੜੀ ਰਹਿਤ ਮਰਿਆਦਾ ਉਹਦੇ ਅਨੁਸਾਰ ਚੱਲਣਾ। ਹੁਣ ਦੁਫਾੜ ਪੈ ਗਿਆ। ਦੁਫਾੜ ਪੈਣ ਦੇ ਨਾਲ ਹੋਇਆ ਕਿ ਮਹੰਤ ਜਿਹੜਾ ਸੀ ਆਪਣੀ ਮਰਿਆਦਾ ਚਲਾਉਣ ਲੱਗ ਪਿਆ। ਗੁਰੂ ਕੇ ਸਿੱਖ ਉੱਥੇ ਜਾਣ ਲੱਗ ਪਏ ਨੇ। ਉਹ ਕਹਿੰਦੇ ਨੇ ਵੀ ਅਸੀਂ ਹੁਣ ਤੇਰਾ ਪ੍ਰਬੰਧ ਨਹੀਂ ਚੱਲਣ ਦੇਣਾ, ਰਹਿਤ ਮਰਿਆਦਾ ਦੇ ਅਨੁਸਾਰ ਅਸੀਂ ਗੁਰੂ ਘਰ ਦਾ ਪ੍ਰਬੰਧ ਜਿਹੜਾ ਉਹ ਕਾਇਮ ਕਰਨਾ। ਸਿੱਖ ਜਾਂਦੇ ਨੇ, ਲੰਗਰ ਬਣਦੇ ਨੇ, ਸੰਗਤਾਂ ਆਉਂਦੀਆਂ ਜਾਂਦੀਆਂ ਨੇ। ਤੇ ਜਿਹੜਾ ਬਾਗ ਸੀ, ਇਸ ਗੁਰਦੁਆਰੇ ਦਾ ਬਾਗ ਸੀ, ਉਹ ਬਾਗ ਦੇ ਵਿੱਚੋਂ ਸਿੱਖ ਪਹਿਲਾਂ ਤੋਂ ਲੱਕੜਾਂ ਲਿਆਉਂਦੇ ਸਨ। ਲੱਕੜਾਂ ਲਿਆ ਕੇ ਤੇ ਇਹਨਾਂ ਨੇ ਲੰਗਰ ਤਿਆਰ ਕਰਨਾ, ਲੰਗਰ ਵਾਸਤੇ ਬਾਲਣ ਲਿਆਉਂਦੇ ਸਨ। ਮਹੰਤ ਸੁੰਦਰਦਾਸ ਜਿਹੜਾ ਸੀ, ਇਹਨੇ ਅਖੀਰ ਇਹਨਾਂ ਸਿੱਖਾਂ ਦੇ ਉੱਤੇ ਇੱਕ ਕੇਸ ਦਰਜ ਕਰਾ ਦਿੱਤਾ। ਉਹਨੇ ਇਹਨਾਂ ਦੇ ਖਿਲਾਫ ਜਿਹੜਾ ਸੀ ਕੋਤਵਾਲ ਜਾ ਕੇ ਤੇ ਪਰਚਾ ਕਰਵਾ ਦਿੱਤਾ ਲਿਖਤੀ ਰੂਪ ਦੇ ਵਿੱਚ, ਬਈ ਇਹ ਸਿੱਖ ਲੱਕੜਾਂ ਲੈ ਕੇ ਆਉਂਦੇ ਨੇ ਬਾਗ ਦੇ ਵਿੱਚੋਂ। 5 ਸਿੱਖ ਜਿਹੜੇ ਸਨ, ਇਹ ਸਮਾਂ ਜਿਹੜਾ ਸੀ ਆਪਸੀ ਕਸ਼ਮਕਸ਼ ਦਾ ਚੱਲਦਾ ਰਿਹਾ। ਜਨਵਰੀ 1921 ਵਿੱਚ ਇਹ ਗੱਲ ਜਿਹੜੀ ਹੈ ਸ਼ੁਰੂ ਹੋਈ ਹੈ ਤੇ ਚੱਲਦਿਆਂ ਸਾਲ ਲੰਘ ਗਿਆ ਤੇ ਇਹ ਆ ਜਾਂਦਾ ਹੈ ਫਰਵਰੀ ਮਹੀਨਾ 1922 ਦਾ। ਫਰਵਰੀ ਮਹੀਨੇ ਦੇ ਵਿੱਚ ਸਿੱਖ ਜਿਹੜੇ ਨੇ ਇਹ ਆਪਸ ਦੇ ਵਿੱਚ ਉਥੇ ਮਹੰਤ ਦੇ ਨਾਲ ਇਹਨਾਂ ਦੀ ਤਕਰਾਰ ਚੱਲਦੀ। ਬਹੁਤ ਵਾਰੀ ਇਹਨਾਂ ਨੇ ਸਮਝਾਉਣ ਦਾ ਯਤਨ ਕੀਤਾ ਪਰ ਨਹੀਂ ਸਮਝਿਆ। ਸਮਾਂ ਫਿਰ ਇਸ ਤਰ੍ਹਾਂ ਚੱਲਦਾ ਰਿਹਾ। ਸਮਾਂ ਚੱਲਦਿਆਂ ਅਗਸਤ ਮਹੀਨਾ ਆ ਗਿਆ। ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਸਿੱਖ ਜਿਹੜੇ ਸਨ ਰੋਜ਼ ਉਥੋਂ ਲੱਕੜਾਂ ਬਾਗ ਵਿੱਚੋਂ ਹੀ ਆਉਂਦੀਆਂ ਸਨ ਬਾਲਣ ਵਾਸਤੇ। ਸਿੱਖ ਜਿਹੜੇ ਨੇ ਬਾਲਣ ਵਾਸਤੇ ਲੱਕੜ ਲੈਣ ਗਏ ਨੇ। 5 ਸਿੱਖ ਸਨ ਤੇ 5 ਸਿੱਖ ਜਦੋਂ ਲੱਕੜ ਲੈ ਕੇ ਆਏ ਨੇ, ਇਹ 7 ਅਗਸਤ ਸਨ 1922 ਦੀ ਘਟਨਾ। ਜਦੋਂ ਲੱਕੜ ਲੈ ਕੇ ਆ ਗਏ ਉਸ ਦਿਨ ਕੋਈ ਗੱਲ ਨਹੀਂ ਹੋਈ। ਅਗਲਾ ਦਿਨ ਆ ਜਾਂਦਾ 8 ਅਗਸਤ ਦਾ। 8 ਅਗਸਤ ਨੂੰ ਇਹਨਾਂ ਸਿੱਖਾਂ ਨੂੰ ਅੰਗਰੇਜ਼ਾਂ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ 5 ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕਰਕੇ ਤੁਰੰਤ ਉਹਨਾਂ ਦੇ ਉੱਤੇ ਕੇਸ ਦਰਜ ਕੀਤਾ। ਕੇਸ ਦਰਜ ਕਰਕੇ ਇਹਨਾਂ ਸਿੱਖਾਂ ਨੂੰ ਸਜ਼ਾ ਕਰ ਦਿੱਤੀ। 2-2 ਮਹੀਨੇ ਇਹਨਾਂ ਨੂੰ ਕੈਦ ਦੇ ਦਿੱਤੀ ਤੇ 50-50 ਰੁਪਏ ਇਹਨਾਂ ਨੂੰ ਜੁਰਮਾਨਾ ਪਾ ਦਿੱਤਾ। ਬੜੀ ਹੈਰਾਨੀ ਦੀ ਗੱਲ ਸੀ ਵੀ ਪਹਿਲਾਂ ਵੀ ਲੱਕੜ ਉੱਥੋਂ ਆਉਂਦੀ ਹੈ ਔਰ ਮਹੰਤ ਨੇ ਇਹਨਾਂ ਸਿੱਖਾਂ ਦੇ ਉੱਤੇ ਕੇਸ ਇਹ ਦਰਜ ਕਰਵਾਇਆ ਸੀ ਵੀ ਇਹ ਸਿੱਖ ਚੋਰੀ ਕਰਦੇ। ਇਹ ਉਹਨਾਂ ਉੱਤੇ ਦਰਜ ਹੋ ਗਿਆ ਕੇਸ। ਉਹ ਚੋਰੀ ਦਾ, ਲੱਕੜ ਚੋਰੀ ਦਾ ਇਹਨਾਂ ਉੱਤੇ ਕੇਸ ਦਰਜ ਹੋ ਗਿਆ। ਜਦੋਂ ਇਹੋ ਜਿਹਾ ਕੇਸ ਮਹੰਤ ਨੇ ਦਰਜ ਕਰਾ ਦਿੱਤਾ, ਹੁਣ ਸਿੱਖ ਜਿਹੜੇ ਸਨ, ਬਾਕੀ ਸਿੱਖਾਂ ਨੂੰ ਬੜਾ ਦੁੱਖ ਲੱਗਿਆ ਵੀ ਸਾਡੇ ਨਾਲ ਦੇ ਭਰਾ ਨੇ ਵੀ ਇੱਕ ਤੇ ਉਹ ਗੁਰੂ ਘਰ ਵਾਸਤੇ ਲੰਗਰ ਦੇ ਲਈ ਬਾਲਣ ਲੈਣ ਵਾਸਤੇ ਗਏ ਨੇ, ਹਮੇਸ਼ਾ ਬਾਲਣ ਉੱਥੋਂ ਆਉਂਦਾ, ਹੁਣ ਉਹਨਾਂ ਸਿੱਖਾਂ ਨੂੰ ਕੈਦ ਕਰ ਲਿਆ ਗਿਆ। ਜਦੋਂ ਆਹ ਗੱਲ ਹੋਈ ਤੇ ਸਿੱਖਾਂ ਨੇ ਆਖਿਆ ਜੀ ਅਸੀਂ ਫਿਰ ਰੋਜ਼ ਲੱਕੜਾਂ ਲਿਆਉਣੀਆਂ। ਸਿੱਖ ਅੱਗੇ ਤੋਂ ਲੱਕੜਾਂ ਲਿਆਉਣੀਆਂ ਰੁਕੇ ਨਹੀਂ, ਉਹ ਕਹਿੰਦੇ ਅਸੀਂ ਲੱਕੜ ਲੈ ਕੇ ਆਉਣੀ। ਜਦੋਂ ਉਹ ਲੱਕੜ ਲੈਣ ਵਾਸਤੇ ਜਾਂਦੇ ਨੇ, ਰੋਜ਼ ਉਹਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦਿਨਾਂ ਦੇ ਵਿੱਚ ਫਿਰ ਸਿੱਖਾਂ ਨੇ ਆਖਿਆ ਜੀ ਅਸੀਂ ਇੱਥੇ ਮੋਰਚਾ ਲਾ ਦੇਣਾ, ਤੁਸੀਂ ਸਾਨੂੰ ਗ੍ਰਿਫਤਾਰ ਕਰੋ, ਅਸੀਂ ਲੱਕੜ ਲੈਣ ਵਾਸਤੇ ਜਾਣਾ, ਤੁਸੀਂ ਗ੍ਰਿਫਤਾਰ ਕਰੋ। ਰੋਜ਼ ਗ੍ਰਿਫਤਾਰੀਆਂ ਹੋਣ ਲੱਗ ਪਈਆਂ, ਰੋਜ਼ ਸਿੱਖਾਂ ਨੂੰ ਉੱਥੋਂ ਗ੍ਰਿਫਤਾਰ ਕਰ ਲੈਣਾ। ਇਹ ਗ੍ਰਿਫਤਾਰੀਆਂ ਦਾ ਸਿਲਸਿਲਾ ਜਿਹੜਾ ਸੀ ਨਵੰਬਰ ਮਹੀਨੇ ਤੱਕ ਚੱਲਿਆ। ਅਗਸਤ ਮਹੀਨੇ ਤੋਂ ਸ਼ੁਰੂ ਹੋਇਆ, ਨਵੰਬਰ ਤੱਕ ਚੱਲਿਆ। ਔਰ ਉਸ ਸਮੇਂ ਦੇ ਵਿੱਚ ਜਿਹੜੇ ਅੰਗਰੇਜ਼ ਸਨ, ਅੰਗਰੇਜ਼ ਹਕੂਮਤ ਸੀ, ਉਹਨਾਂ ਨੇ ਸਿੱਖਾਂ ਦੇ ਪੂਰਾ ਮੁਖਾਲਫਤ ਕੀਤੀ ਹੈ। ਔਰ ਇੱਥੇ ਇੱਕ ਬੜਾ ਤਸ਼ੱਦਦ ਦਾ ਦੌਰ ਚੱਲਿਆ। ਇੱਥੇ ਜਿਹੜਾ ਸੀ ਬਾਗ ਵਿੱਚ ਰੋਜ਼ ਸਿੱਖ ਜਾਂਦੇ, ਮੋਰਚਾ ਲੱਗ ਗਿਆ। ਸਿੱਖ ਕਹਿੰਦੇ ਨੇ ਵੀ ਹੁਣ ਅਸੀਂ ਗੁਰਦੁਆਰੇ ਦਾ ਸਾਰਾ ਹੀ ਪ੍ਰਬੰਧ ਵੀ ਲੈਣਾ ਤੇ ਇਹ ਜਿਹੜਾ ਸਾਡੇ ਜਿਹਨਾਂ ਸਿੱਖਾਂ ਦੇ ਉੱਤੇ ਕੇਸ ਦਰਜ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ, ਇਹਨਾਂ ਦੀ ਸਜ਼ਾ ਜਿਹੜੀ ਹੈ ਖਤਮ ਕੀਤੀ ਜਾਵੇ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਪਰ ਇਹਦੇ ਤੋਂ ਉਲਟ ਜਿਹੜੀ ਹਕੂਮਤ ਸੀ, ਸਰਕਾਰ ਸੀ, ਉਹ ਸਿੱਖਾਂ ਨੂੰ ਗ੍ਰਿਫਤਾਰ ਕਰਨ ਲੱਗ ਪੈਂਦੀ। ਸਾਰੇ ਸਿੱਖ ਇੱਥੇ ਹੁਣ ਪਹੁੰਚਣੇ ਸ਼ੁਰੂ ਹੋ ਗਏ। ਇਹ ਜਥੇ ਜਿਹੜੇ ਸਨ ਰੋਜ਼ ਤਿਆਰ ਹੁੰਦੇ। ਸ਼ੁਰੂਆਤ ਹੋਈ ਹੈ 20 ਸਿੱਖਾਂ ਦੇ ਜਥਿਆਂ ਤੋਂ।
20 ਸਿੱਖਾਂ ਦਾ ਜਥੇ ਜਾਣ ਲੱਗ ਪਏ ਤੇ ਰੋਜ਼ ਉਹਨਾਂ ਨੇ ਬਾਗ ਵਿੱਚ ਜਾਣਾ। ਅੱਗੇ ਸਿਪਾਹੀ ਹੋਣੇ ਨੇ ਅੰਗਰੇਜ਼ਾਂ ਦੇ, ਉਹਨਾਂ ਨੇ ਗ੍ਰਿਫਤਾਰ ਕਰ ਲੈਣਾ। ਔਰ ਕੇਵਲ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਰਿਹਾ, ਉੱਥੇ ਮਾਰ ਕੁਟਾਈ ਹੋਣ ਲੱਗ ਪਈ, ਡਾਂਗਾਂ ਚੱਲੀਆਂ ਨੇ। ਉਸ ਸਮੇਂ ਦਾ ਬੀਟੀ ਨਾਮ ਦਾ ਜਿਹੜਾ ਇੱਥੋਂ ਦਾ ਅਧਿਕਾਰੀ ਸੀ, ਉਹਦੀ ਅਗਵਾਈ ਵਿੱਚ ਸਿੱਖਾਂ ਦੇ ਉੱਤੇ ਅੰਨਾ ਜ਼ੁਲਮ ਹੋਇਆ, ਅੰਨਾ ਤਸ਼ੱਦਦ ਉਹਨਾਂ ਤੇ ਕੀਤਾ, ਇੰਨਾ ਜ਼ੁਲਮ ਉਹਨਾਂ ਨੇ ਕੀਤਾ। ਰੋਜ਼ ਉੱਥੇ ਡਾਂਗ ਚਲਾਈ ਜਾਂਦੀ ਹੈ, ਸਿੱਖਾਂ ਦੇ ਅੰਗ ਤੋੜ ਦਿੱਤੇ ਜਾਂਦੇ ਨੇ, ਸਿੱਖਾਂ ਨੂੰ ਜ਼ਖਮੀ ਕੀਤਾ ਜਾਂਦਾ, ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਜਿਹੜੇ ਗ੍ਰਿਫਤਾਰੀ ਵਾਸਤੇ ਜਥਾ ਜਾਂਦਾ ਹੁੰਦਾ ਸੀ, ਉਹਨਾਂ ਨੂੰ ਸਿੱਧਾ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਗ੍ਰਿਫਤਾਰ ਕਰਨ ਤੋਂ ਪਹਿਲਾਂ ਉਹਨਾਂ ਨੂੰ ਮਾਰਿਆ ਜਾਂਦਾ ਸੀ ਬਹੁਤ ਬੁਰੇ ਤਰੀਕੇ ਦੇ ਨਾਲ। ਔਰ ਜਿਹੜਾ ਬੀਟੀ ਅਧਿਕਾਰੀ ਹੈ, ਉਹ ਆਪਣੇ ਸਾਹਮਣੇ ਉਹਨਾਂ ਨੂੰ ਕੁਟਵਾਉਂਦਾ ਰਿਹਾ ਹੈ, ਸਿੱਖਾਂ ਦੇ ਉੱਤੇ ਜ਼ੁਲਮ ਹੁੰਦਾ ਰਿਹਾ, ਉਹਨਾਂ ਨੂੰ ਰੋਜ਼ ਮਾਰਨਾ। ਰੋਜ਼ ਸਿੱਖਾਂ ਨੇ ਇਸ ਤਰ੍ਹਾਂ, ਪਹਿਲਾਂ 20 ਤੋਂ ਗੱਲ ਚੱਲੀ ਹੈ, ਫਿਰ 30 ਦੇ ਜਥੇ, ਫਿਰ 50 ਦੇ ਜਥੇ, ਇੱਥੋਂ ਤੱਕ 80 ਸਿੱਖਾਂ ਦੇ ਜਥੇ ਰੋਜ਼ ਜਾਣ ਲੱਗ ਪਏ, 100 ਸਿੱਖਾਂ ਦਾ ਜਥਾ ਜਾਣ ਲੱਗ ਪਿਆ। ਇਹਦੇ ਤੋਂ ਅੱਗੇ ਹੋਰ ਜ਼ੁਲਮ ਕੀ ਹੋਇਆ, ਜਦੋਂ ਪਹਿਲਾਂ ਉਹਨਾਂ ਨੂੰ ਮਾਰਨਾ ਕੁੱਟਣਾ, ਮਾਰ ਕੁੱਟ ਕਰਕੇ ਉੱਥੋਂ ਗ੍ਰਿਫਤਾਰ ਕਰਕੇ, ਤੇ ਜਦੋਂ ਇੱਕ ਪੁਲਿਸ ਦੀ ਗੱਡੀ ਦੇ ਵਿੱਚ ਸਿੱਖਾਂ ਨੂੰ ਕੈਦ ਕਰ ਲੈਣਾ, ਫੜ ਕੇ ਲੈ ਆਉਣਾ ਵੀ ਇਹਨਾਂ ਨੂੰ ਅਗਲੇ ਅਸੀਂ ਅੰਮ੍ਰਿਤਸਰ ਜਿਹੜਾ ਕੈਦਖਾਨੇ ਲੈ ਜਾਣਾ, ਜੇਲ੍ਹ ਦੇ ਵਿੱਚ। ਉਹਦੇ ਨਾਲ ਉਹਨਾਂ ਨੇ ਇੱਕ ਐਂਬੂਲੈਂਸ ਜਿਹੜੀ ਉਹ ਰੱਖੀ ਹੁੰਦੀ ਸੀ, ਰਸਤੇ ਵਿੱਚ ਆਉਣਾ ਛੀਨਾ ਪਿੰਡ ਪੈਂਦਾ ਸੀ, ਉੱਥੇ ਨੇੜੇ ਲਿਆ ਕੇ ਸਾਰੇ ਸਿੱਖ ਜਿਹੜੇ ਪੁਲਿਸ ਨੇ ਆਪਣੀ ਗੱਡੀ ਵਿੱਚ ਲੈ ਆਉਂਦੇ ਨੇ ਗ੍ਰਿਫਤਾਰ ਕਰਕੇ, ਉਹਨਾਂ ਨੂੰ ਗੱਡੀ ਚੋਂ ਲਾਹ ਕੇ ਉੱਥੇ ਫਿਰ ਮਾਰਿਆ ਜਾਂਦਾ ਸੀ, ਚਿੱਕੜ ਦੇ ਵਿੱਚ ਉਹਨਾਂ ਨੂੰ ਲਬੇੜਿਆ ਜਾਂਦਾ, ਨੱਪਿਆ ਜਾਂਦਾ। ਇਸ ਤਰੀਕੇ ਦੇ ਨਾਲ ਉਹਨਾਂ ਤੇ ਜ਼ੁਲਮ ਹੋਇਆ, ਉਹਨਾਂ ਨੂੰ ਫਿਰ ਜੇਲ੍ਹਾਂ ਵਿੱਚ ਜਿਹੜਾ ਸੀ ਡੱਕਿਆ ਜਾਂਦਾ। ਇਹ ਪੂਰੇ ਦੇਸ਼ ਦੇ ਵਿੱਚ ਜੋ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ, ਪੂਰੇ ਦੇਸ਼ ਦੇ ਵਿੱਚ ਇਹਦੀ ਗੱਲ ਚੱਲੀ ਹੈ, ਇਸ ਮੋਰਚੇ ਦੀ। ਇਹ ਜਿਹੜੇ ਪੂਰੇ ਮੋਰਚੇ ਦੇ ਵਿੱਚ ਸਿੱਖਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ, ਉਹ 5,500 ਦੇ ਕਰੀਬ 5605 ਸਿੱਖਾਂ ਦੀ ਗ੍ਰਿਫਤਾਰੀ ਹੋਈ ਹੈ। ਔਰ ਉਸ ਗ੍ਰਿਫਤਾਰੀ ਵਿੱਚ ਇਹਨਾਂ ਨੇ, ਵੇਖੋ ਪੁਲਿਸ ਨੇ ਕਿਹੋ ਜਿਹਾ ਰੋਲ ਅਦਾ ਕੀਤਾ। ਇਹਨਾਂ ਨੇ ਨਾਕੇ ਲਾ ਦਿੱਤੇ ਸਾਰੇ ਪਾਸੇ, ਜਿੰਨੇ ਰਸਤੇ ਗੁਰੂ ਕੇ ਬਾਗ ਨੂੰ ਜਾਂਦੇ ਨੇ ਸਾਰਿਆਂ ਥਾਵਾਂ ਤੇ, ਇੱਥੋਂ ਤੱਕ ਵੀ ਜਿਹੜੇ ਸਿੱਖ ਗੁਰੂ ਕੇ ਬਾਗ ਨੂੰ ਆ ਰਹੇ ਨੇ ਉਹ ਵੀ ਗ੍ਰਿਫਤਾਰ ਕਰ ਲਏ ਜਾਂਦੇ। ਜਦੋਂ ਸਿੱਖਾਂ ਨੂੰ ਮਾਰਿਆ ਜਾਂਦਾ, ਜਿਹੜਾ ਉਹਨਾਂ ਨੂੰ ਵੇਖਦਾ ਉਹਨੂੰ ਵੀ ਗ੍ਰਿਫਤਾਰ ਕਰਕੇ ਉਹੀ ਤਸ਼ੱਦਦ ਉਹਦੇ ਉੱਤੇ ਕੀਤਾ ਜਾਂਦਾ। ਸਾਰਾ ਇਸ ਤਰ੍ਹਾਂ ਦੇ ਜ਼ੁਲਮ ਹੋਏ ਨੇ। ਇਹਨੂੰ ਗੁਰੂ ਕੇ ਬਾਗ ਦਾ ਮੋਰਚਾ ਜਿਹੜਾ ਸੀ ਨਾਮ ਦਿੱਤਾ ਗਿਆ। ਖੈਰ, ਇਹ ਇੱਕ ਬੜਾ ਲੰਬਾ ਇਤਿਹਾਸ ਹੈ ਵੀ ਕਿਵੇਂ ਕਿਵੇਂ ਇਹ ਮੋਰਚਾ ਬਦਲਦਾ ਗਿਆ ਤੇ ਕੀ ਕੁਛ ਹੋਇਆ। ਇਸ ਮੋਰਚੇ ਵਿੱਚ ਸਿੱਖਾਂ ਨੇ ਇੰਨੀਆਂ ਕਿ ਗ੍ਰਿਫਤਾਰੀਆਂ ਦਿੱਤੀਆਂ। ਇਹਦੇ ਵਿੱਚ 2 ਸਿੱਖ ਜਿਹੜੇ ਪਿਓ ਪੁੱਤਰ ਸਨ, ਖੇਤਾਂ ਦੇ ਵਿੱਚ ਕੰਮ ਕਰਦੇ, ਉਹ ਇਹਨਾਂ ਨੇ ਪੁਲਿਸ ਨੇ ਮਾਰ ਦਿੱਤੇ, ਕੁੱਟ ਕੇ ਮਾਰ ਦਿੱਤੇ। ਖੇਤਾਂ 'ਚ ਕੰਮ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਮਾਰਿਆ ਜਾਂਦਾ ਸੀ। ਤੋ ਇਹ ਜਿਹੜਾ ਮੋਰਚਾ ਲੱਗਿਆ, ਇਸ ਮੋਰਚੇ ਵਿੱਚੋਂ ਜਿੰਨੇ ਸਿੱਖ ਗ੍ਰਿਫਤਾਰ ਕੀਤੇ, ਜੇਲ੍ਹਾਂ ਭਰ ਗਈਆਂ। ਜੇਲ੍ਹਾਂ ਦੇ ਵਿੱਚ ਜਿਹੜੇ ਕੈਦੀ ਸੀ ਰੱਖਣ ਵਾਸਤੇ ਥਾਂ ਨਾ ਰਿਹਾ। ਉਹਨਾਂ ਦਿਨਾਂ ਦੇ ਵਿੱਚ, ਕਿਉਂਕਿ ਇਹ ਮੋਰਚਾ ਤਾਂ 17 ਨਵੰਬਰ ਤੱਕ ਚੱਲਿਆ, 1922 ਤੱਕ, 1922 ਦੇ 17 ਨਵੰਬਰ ਤੱਕ ਇਹ ਮੋਰਚਾ ਚੱਲਿਆ। ਉਹਦੇ ਤੋਂ ਬਾਅਦ ਇਹ ਮੋਰਚਾ ਜਿਹੜਾ ਸੀ ਬੰਦ ਕੀਤਾ ਗਿਆ, ਪਰ ਸਿੱਖਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਜਿਹੜੇ ਸਿੱਖ ਗ੍ਰਿਫਤਾਰ ਕੀਤੇ ਉਹਨਾਂ ਨੂੰ ਕੈਦਖਾਨੇ ਪਾਇਆ ਗਿਆ, ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਗਈਆਂ ਸੀ। ਇਹ ਨਹੀਂ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ। ਇਹਨਾਂ ਨੇ, ਹਕੂਮਤ ਨੇ, ਸਰਕਾਰ ਨੇ ਉਸ ਵਕਤ ਇੱਕ ਐਲਾਨ ਕਰ ਦਿੱਤਾ ਵੀ ਅਸੀਂ ਪਹਿਲਾਂ ਸਾਰੇ ਸਿੱਖਾਂ ਦਾ ਪ੍ਰਬੰਧ ਕਰਾਂਗੇ, ਜਿਹੜੀ ਜੇਲ੍ਹ ਹੈ ਇਹਨੂੰ ਵੱਡੀ ਬਣਾਵਾਂਗੇ। ਪਰ ਉਹ 5605 ਸਿੱਖ ਗ੍ਰਿਫਤਾਰ ਕੀਤੇ ਗਏ ਸੀ, ਟੋਟਲ ਇੰਨੇ ਹੋਏ। ਪਰ ਉਹਦੇ ਵਿੱਚ ਜਦੋਂ ਜੇਲ੍ਹਾਂ ਭਰੀਆਂ ਗਈਆਂ, ਸਾਰੀਆਂ ਅੰਮ੍ਰਿਤਸਰ ਦੀਆਂ ਜੇਲ੍ਹਾਂ ਭਰ ਲਈਆਂ। ਉਹਦੇ ਤੋਂ ਬਾਅਦ ਜਿਹੜੇ ਹੋਰ ਇਲਾਕਿਆਂ ਵਿੱਚ ਜੇਲ੍ਹਾਂ ਸਨ, ਉਹਨਾਂ ਜੇਲ੍ਹਾਂ ਦੇ ਵਿੱਚੋਂ ਵੀ ਜਿਹੜੇ ਸਿੱਖ ਕੈਦੀ ਸਨ ਉਹਨਾਂ ਨੂੰ ਤਬਦੀਲ ਕਰਕੇ ਹੋਰ ਦੂਰ ਜੇਲ੍ਹਾਂ ਵਿੱਚ ਜਿਹੜਾ ਸੀ ਉਹ ਭੇਜਣਾ ਸ਼ੁਰੂ ਕਰ ਦਿੱਤਾ। ਉਹਨਾਂ ਦਿਨਾਂ ਦੇ ਵਿੱਚ ਇੱਕ ਜਥਾ ਜਿਹੜਾ ਰਾਵਲਪਿੰਡੀ ਦੀ ਜੇਲ੍ਹ ਦੇ ਵਿੱਚ ਸੀ, ਉਸ ਜੇਲ੍ਹ ਦੇ ਵਿੱਚੋਂ ਉਸ ਸਿੱਖ ਜਥੇ ਨੂੰ ਲੈ ਕੇ ਤੇ ਇਹਨਾਂ ਨੇ ਅਟਕ ਦੀ ਜੇਲ੍ਹ ਵਿੱਚ ਲੈ ਕੇ ਜਾਣਾ। ਸਰਕਾਰ ਨੇ ਉਹ ਜਥਾ ਜਿਹੜਾ ਸੀ ਜਾਣਾ ਉਹਨਾਂ ਨੂੰ ਲੈ ਕੇ ਇੱਕ ਟ੍ਰੇਨ ਦੇ ਵਿੱਚ। ਉਹ ਸਿੱਖ ਜਿਹੜੇ ਗੁਰੂ ਕੇ ਬਾਗ ਦੇ ਮੋਰਚੇ ਦੇ ਕੈਦੀ ਸਿੱਖ ਸਨ ਗ੍ਰਿਫਤਾਰ ਕੀਤੇ ਹੋਏ, ਉਹਨਾਂ ਦੇ ਵਿੱਚੋਂ ਇੱਕ ਵੱਡਾ ਜਥਾ ਸੀ ਸਿੱਖਾਂ ਦਾ। ਰਾਵਲਪਿੰਡੀ ਤੋਂ ਉਹਨਾਂ ਨੇ ਅਟਕ ਤੱਕ ਲੈ ਕੇ ਜਾਣਾ, ਅਟਕ ਦੀ ਜੇਲ੍ਹ ਵਿੱਚ ਉਹਨਾਂ ਨੂੰ ਕੈਦ ਕਰਨਾ ਸੀ। ਰਾਹ ਦੇ ਵਿੱਚ ਇੱਕ ਸਟੇਸ਼ਨ ਪੈਂਦਾ ਹੈ ਪੰਜਾ ਸਾਹਿਬ ਹਸਨ ਅਬਦਾਲ ਦਾ। ਇਹ ਪੰਜਾ ਸਾਹਿਬ ਦਾ ਇਤਿਹਾਸ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੀਵਨ ਸੀ। ਗੁਰੂ ਨਾਨਕ ਸਾਹਿਬ ਇੱਥੇ ਹਸਨ ਅਬਦਾਲ ਆਏ ਨੇ
ਤੇ ਜਦੋਂ ਬਲੀ ਕੰਧਾਰੀ ਦੇ ਨਾਲ ਗੱਲਬਾਤ ਹੋਈ ਸੀ, ਉਹਨੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਤੇ ਉਹ ਅਸੀਂ ਇਤਿਹਾਸ ਸਰਵਣ ਕਰਦੇ ਹਾਂ, ਉਹਨੇ ਇੱਕ ਪਹਾੜ ਦੇ ਉੱਤੋਂ ਪੱਥਰ ਸੁੱਟ ਕੇ ਗੁਰੂ ਨਾਨਕ ਸਾਹਿਬ ਦੇ ਭਾਈ ਮਰਦਾਨੇ ਨੂੰ ਮਾਰਨ ਦਾ ਯਤਨ ਕੀਤਾ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਯਾਦਗਾਰ ਉੱਥੇ ਬਣੀਆਂ ਪੰਜਾ ਸਾਹਿਬ, ਜਿਸ ਪੱਥਰ ਨੂੰ ਹੱਥ ਦੇ ਨਾਲ ਉਹਨਾਂ ਨੇ ਰੋਕਿਆ ਸੀ, ਤੇ ਉਹ ਸਥਾਨ ਦੇ ਉੱਤੇ ਪੰਜਾ ਸਾਹਿਬ ਨਾਮ ਦਾ ਜਿਹੜਾ ਸੀ ਗੁਰਦੁਆਰਾ ਬਣ ਗਿਆ। ਉਸ ਸਥਾਨ ਦਾ ਨਾਮ ਸੀ ਹਸਨ ਅਬਦਾਲ, ਉਹ ਨਗਰ ਪੈਂਦਾ ਹੈ। ਇੱਥੇ ਸਟੇਸ਼ਨ ਸੀ, ਰਸਤੇ ਦੇ ਵਿੱਚ ਪੈਂਦਾ, ਰਾਵਲਪਿੰਡੀ ਤੋਂ ਅਟਕ ਜਾਣ ਦੇ ਲਈ ਸਟੇਸ਼ਨ ਰਸਤੇ ਦੇ ਵਿੱਚ ਆਉਂਦਾ ਹੈ ਪੰਜਾ ਸਾਹਿਬ ਦਾ। ਤੋ ਇੱਥੋਂ ਦੇ ਜਿਹੜੇ ਸਿੱਖ ਸਨ ਹਸਨ ਅਬਦਾਲ ਦੇ, ਜਿਹੜੇ ਇਸ ਇਲਾਕੇ ਦੇ ਸਿੱਖ ਨੇ, ਉਹਨਾਂ ਨੇ ਇੱਕ ਫੈਸਲਾ ਕੀਤਾ। ਫੈਸਲਾ ਇਹ ਕੀਤਾ ਵੀ ਗੁਰੂ ਕੇ ਬਾਗ ਦੇ ਮੋਰਚੇ ਦੇ ਸਿੱਖ ਭਰਾ ਜਿਹੜੇ ਨੇ, ਹਕੂਮਤ ਨੇ ਉਹਨਾਂ ਉੱਤੇ ਅੱਤ ਦਾ ਤਸ਼ੱਦਦ ਕੀਤਾ, ਅੰਗ ਤੋੜ ਦਿੱਤੇ, ਕਈਆਂ ਦੀਆਂ ਲੱਤਾਂ ਤੋੜੀਆਂ ਗਈਆਂ, ਕਈਆਂ ਦੇ ਸਿਰਾਂ ਦੇ ਵਿੱਚ ਸੱਟਾਂ ਮਾਰੀਆਂ ਗਈਆਂ ਸਨ, ਬਾਹਾਂ ਤੋੜ ਦਿੱਤੀਆਂ ਗਈਆਂ, ਬੰਦੂਕਾਂ ਦੇ ਅੱਗੋਂ ਸਿਰ ਮਾਰ ਕੇ ਸਿੱਖਾਂ ਦੇ ਸਰੀਰਾਂ ਦੇ ਵਿੱਚ ਬੜੇ ਡੂੰਘੇ ਜ਼ਖਮ ਕਰ ਦਿੱਤੇ ਸੀ। ਇਹ ਉਸ ਸਮੇਂ ਦੀ ਲਿਖਤਾਂ ਨੇ। 900 ਦੇ ਕਰੀਬ ਸਿੱਖ ਜਿਹੜੇ ਬੜੇ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਚੁੱਕੇ ਸਨ, ਜਿਨ੍ਹਾਂ ਦੇ ਸਰੀਰਾਂ ਦੇ ਉੱਤੇ 100 ਜ਼ਖਮ ਸੀ। ਇਹ 900 ਦੇ ਕਰੀਬ ਉਹ ਗਿਣਤੀ ਹੋਈ ਆ ਸਿੱਖਾਂ ਦੀ। 5605 ਕੁੱਲ ਸਿੱਖ ਨੇ, 900 ਦੇ ਕਰੀਬ ਉਹ ਸਿੱਖ ਸਨ ਜਿਨ੍ਹਾਂ ਦੇ ਉੱਤੇ ਅੱਤ ਦਾ ਜ਼ੁਲਮ ਹੋ ਚੁੱਕਾ ਸੀ, ਜਿਨ੍ਹਾਂ ਦੇ ਅੰਗ ਤੋੜ ਦਿੱਤੇ ਸਨ, ਜਿਨ੍ਹਾਂ ਦੇ ਸਰੀਰਾਂ ਦੇ ਉੱਤੇ ਬੜੇ ਜ਼ਖਮ ਸਨ, ਡੂੰਘੇ ਜ਼ਖਮ ਸਨ। ਔਰ 2 ਸਿੱਖ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ, ਪਿਓ ਪੁੱਤ ਸ਼ਹੀਦ ਕੀਤੇ ਗਏ ਸਨ। ਤੋ ਜਦੋਂ ਇਹ ਸਿੱਖਾਂ ਨੂੰ ਨਾਲ ਲੈ ਕੇ ਆਉਣਾ, ਟ੍ਰੇਨ ਦੇ ਵਿੱਚ ਸਰਕਾਰ ਨੇ ਰਾਵਲਪਿੰਡੀ ਤੋਂ ਚੜਾਉਣਾ ਸੀ ਉਹ ਜਥਾ, ਤੇ ਅਟਕ ਲੈ ਕੇ ਜਾਣਾ। ਪੰਜਾ ਸਾਹਿਬ ਦੇ ਹਸਨ ਅਬਦਾਲ ਦੇ ਇਲਾਕੇ ਦੇ ਜਿੰਨੇ ਸਿੱਖ ਸਨ, ਉਹਨਾਂ ਨੇ ਰਲ ਕੇ ਇੱਕ ਫੈਸਲਾ ਕੀਤਾ ਵੀ ਸਾਡੇ ਸਿੱਖ ਭਰਾ ਕੈਦੀ ਨੇ, ਉਹਨਾਂ ਨੂੰ ਇਥੋਂ ਟ੍ਰੇਨ ਦੇ ਦੁਆਰਾ ਲੈ ਕੇ ਜਾਣਾ। ਤੇ ਅਸੀਂ ਇੱਕ ਬੇਨਤੀ ਕਰਨੀ ਹੈ ਸਟੇਸ਼ਨ ਮਾਸਟਰ ਦੇ ਕੋਲ, ਬਈ ਤੁਸੀਂ ਕੁਝ ਸਮੇਂ ਦੇ ਵਾਸਤੇ ਉਹ ਟ੍ਰੇਨ ਇੱਥੇ ਪੰਜਾ ਸਾਹਿਬ ਜਿਹੜਾ ਸਟੇਸ਼ਨ ਹੈ ਇੱਥੇ ਰੋਕ ਦੇਣੀ, ਅਸੀਂ ਲੰਗਰ ਤਿਆਰ ਕਰਨਾ, ਆਪਣੇ ਭਰਾਵਾਂ ਨੂੰ ਲੰਗਰ ਤਾਂ ਛਕਾ ਦਈਏ। ਉਹ ਕਹਿੰਦੇ ਨੇ ਵੀ ਉਹਨਾਂ ਤੇ ਜ਼ੁਲਮ ਹੋਇਆ, ਜੇ ਅਸੀਂ ਹੋਰਨਾਂ ਥਾਵਾਂ ਤੇ ਜਾ ਕੇ ਉਹਨਾਂ ਮੋਰਚਿਆਂ ਵਿੱਚ ਆਪਣਾ ਯੋਗਦਾਨ ਨਹੀਂ ਪਾ ਸਕੇ, ਜਿਹੜੇ ਸਾਡੇ ਭਰਾ ਕੈਦ ਕੀਤੇ ਨੇ, ਅਸੀਂ ਘੱਟੋ ਘੱਟ ਉਹਨਾਂ ਨੂੰ ਲੰਗਰ ਛਕਾਉਣ ਦੀ ਸੇਵਾ ਤੇ ਕਰ ਲਈਏ, ਆਹ ਕਰ ਲਈਏ, ਅਸੀਂ ਇੰਨਾ ਹੀ ਆਪਣਾ ਹਿੱਸਾ ਪਾ ਲਈਏ। ਉਹਨਾਂ ਨੇ ਸਟੇਸ਼ਨ ਮਾਸਟਰ ਨਾਲ ਗੱਲ ਕੀਤੀ, ਸਟੇਸ਼ਨ ਮਾਸਟਰ ਨੇ ਨਾ ਕਰ ਦਿੱਤੀ, ਕਹਿੰਦਾ ਮੈਨੂੰ ਉੱਪਰੋਂ ਹੁਕਮ ਹੈ ਕਿ ਇਸ ਟ੍ਰੇਨ ਨੂੰ ਇਸ ਸਟੇਸ਼ਨ ਤੇ ਰੋਕਣਾ ਨਹੀਂ, ਵੀ ਜਿਹਦੇ ਵਿੱਚ ਸਿੱਖ ਕੈਦੀ ਨੇ ਉਹ ਸਿੱਖਾਂ ਦੇ ਨਾਲ ਜਿਹੜੀ ਇਹ ਟ੍ਰੇਨ ਦੇ ਵਿੱਚ ਕੈਦ ਕੀਤੇ ਹੋਏ ਨੇ, ਟ੍ਰੇਨ ਇੱਥੇ ਨਹੀਂ ਰੁਕਣੀ। ਜਦੋਂ ਆਹ ਗੱਲ ਹੋਈ, ਸਿੱਖਾਂ ਨੇ ਆਖਿਆ, ਕਹਿਣ ਲੱਗੇ ਵੀ ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ ਭਈ ਤੁਸੀਂ ਇੱਥੇ ਟ੍ਰੇਨ ਰੋਕ ਲੈਣੀ, ਸੀ ਬਹੁਤਾ ਚਿਰ ਨਹੀਂ ਰੋਕਣੀ ਚਾਹੁੰਦੇ, ਵੀ ਅਸੀਂ ਸਿਰਫ ਉਹਨਾਂ ਨੂੰ ਲੰਗਰ ਛਕਾਉਣਾ, ਵੀ ਸਾਡੀਆਂ ਭਾਵਨਾਵਾਂ ਦਾ ਸਤਿਕਾਰ ਕਰੋ, ਧਿਆਨ ਰੱਖਿਓ, ਤੇ ਕਿਤੇ ਇਹ ਨਾ ਹੋਵੇ ਵੀ ਕੱਲ ਨੂੰ ਤੁਸੀਂ ਟ੍ਰੇਨ ਰੋਕੋ ਨਾ ਤੇ ਅਸੀਂ ਉਹਦੇ ਅੱਗੇ ਬਹਿ ਜਾਈਏ, ਬਈ ਅਸੀਂ ਇੱਥੋਂ ਟ੍ਰੇਨ ਜਾਣ ਨਹੀਂ ਦੇਣੀ। ਸਿੱਖਾਂ ਨੇ ਬੜਾ ਸਪਸ਼ਟ ਫੈਸਲਾ ਦੇ ਦਿੱਤਾ। ਉਹਨਾਂ ਨੇ ਆਖਿਆ, ਸਟੇਸ਼ਨ ਮਾਸਟਰ ਕਹਿੰਦਾ ਮੇਰੀ ਮਜਬੂਰੀ ਹੈ, ਮੈਨੂੰ ਉੱਤੋਂ ਆਰਡਰ ਨਹੀਂ ਵੀ ਇਹ ਮੈਂ ਟ੍ਰੇਨ ਰੋਕ ਦਿਆਂ, ਮੈਂ ਰੋਕ ਨਹੀਂ ਸਕਦਾ। ਸਿੱਖ ਕਹਿੰਦੇ ਤੂੰ ਰੋਕ ਨਹੀਂ ਸਕਦਾ ਤੇ ਅਸੀਂ ਇੱਥੋਂ ਜਾਣ ਨਹੀਂ ਦੇਣੀ। ਹੁਣ ਆਹ ਫੈਸਲਾ ਹੋ ਗਿਆ। ਇਸ ਥਾਂ ਦੇ ਉੱਤੇ ਸਿੱਖ ਜਿਹੜੇ ਸਾਰੀਆਂ ਸੰਗਤਾਂ ਨੇ ਲੰਗਰ ਤਿਆਰ ਕਰ ਲਿਆ। 30 ਅਕਤੂਬਰ ਸਨ 1922 ਦਾ ਦਿਨ ਹੈ। 30 ਅਕਤੂਬਰ ਸਨ 1922 ਦਾ ਦਿਨ ਹੈ। ਸਿੱਖਾਂ ਨੇ ਲੰਗਰ ਤਿਆਰ ਕੀਤੇ ਨੇ, ਲੰਗਰ ਤਿਆਰ ਕਰਕੇ ਤੇ ਲੈ ਕੇ ਸਟੇਸ਼ਨ ਤੇ ਪਹੁੰਚ ਗਏ। ਸਟੇਸ਼ਨ ਮਾਸਟਰ ਨੂੰ ਫੇਰ ਉਹਨਾਂ ਨੇ ਆਖਿਆ, ਕਹਿੰਦੇ ਟ੍ਰੇਨ ਰੋਕ ਲੈਣੀ, ਤੁਸੀਂ ਇੱਥੇ ਉਹਨੂੰ ਜਾਣ ਨਾ ਦੇਣਾ, ਅਸੀਂ ਵਾਰ-ਵਾਰ ਹੱਥ ਜੋੜ ਕੇ ਬੇਨਤੀਆਂ ਕਰਦੇ ਹਾਂ। ਸਟੇਸ਼ਨ ਮਾਸਟਰ ਕਹਿੰਦਾ ਵੀ ਤੁਸੀਂ ਜਿੱਦ ਨਾ ਕਰੋ, ਮੈਨੂੰ ਆਰਡਰ ਨਹੀਂ ਹੈ, ਮੈਂ ਇੱਥੇ ਟ੍ਰੇਨ ਨਹੀਂ ਰੋਕਣੀ। ਉਹ ਕਹਿੰਦਾ ਇੱਥੇ ਟ੍ਰੇਨ ਰੁਕਣੀ ਨਹੀਂ। ਉਹ ਕਹਿੰਦੇ ਤੁਸੀਂ ਇੱਥੋਂ ਟ੍ਰੇਨ ਲੰਘਾ ਲਓ, ਅਸੀਂ ਇੱਥੋਂ ਜਾਣ ਨਹੀਂ ਦੇਣੀ। ਇਹ ਹੁਣ ਦੋਨੋਂ ਪਾਸੇ ਜਿਹੜੀ ਹੈ ਨਾ ਗੱਲ ਆ ਚੁੱਕੀ ਹੈ, ਕਿਉਂਕਿ ਸਰਕਾਰ ਜਿਹੜੀ ਹੈ ਜਦੋਂ ਨੂੰ ਪਤਾ ਲੱਗ ਜੇ ਨਾ ਇਹੋ ਜਿਹਾ ਵੀ ਕਿਸੇ ਥਾਂ ਤੋਂ ਇਸ ਤਰ੍ਹਾਂ ਮਦਦ ਹੋਣੀ ਹੈ, ਸਹਾਇਤਾ ਕੀਤੀ ਜਾਣੀ ਹੈ, ਤੇ ਸਰਕਾਰ ਜਾਣ ਬੁੱਝ ਕੇ ਇਹੋ ਜਿਹੇ ਕਦਮ ਉਠਾਉਂਦੀ ਹੈ। ਉਹ ਚਾਹ ਕੇ ਰੋਕਣ ਦਾ ਹੁਕਮ ਕਰ ਸਕਦੇ ਸਨ, ਪਰ ਨਹੀਂ ਕੀਤਾ। ਸਟੇਸ਼ਨ ਮਾਸਟਰ ਨੇ ਵੀ ਅੱਗੇ ਬੇਨਤੀਆਂ ਭੇਜੀਆਂ ਨੇ, ਅੱਗੇ ਗੱਲ ਕੀਤੀ, ਪਰ ਉਹਨੂੰ ਆਰਡਰ ਸੀ ਵੀ ਨਹੀਂ ਰੋਕਣੀ। ਇੱਧਰ ਸਿੱਖ ਜਿਹੜੇ ਨੇ ਨਾ, ਉਹਨਾਂ ਨੇ ਉੱਥੇ ਲਿਆ ਕੇ ਸਟੇਸ਼ਨ ਦੇ ਉੱਤੇ ਲੰਗਰ ਰੱਖ ਲਿਆ। ਤੇ ਸਟੇਸ਼ਨ ਮਾਸਟਰ ਕਹਿੰਦਾ ਵੀ ਤੁਸੀਂ ਜਿੱਦ ਨਾ ਕਰੋ ਵੀ ਟ੍ਰੇਨ ਰੁਕਣੀ ਨਹੀਂ ਹੈ। ਇਹ ਕਹਿੰਦੇ ਨੇ ਵੀ ਅਸੀਂ ਟ੍ਰੇਨ ਦੀ ਪਟੜੀ ਦੇ ਵਿੱਚ ਹੁਣ ਲੱਗੇ ਬਹਿਣ। ਸਾਰੇ ਸਿੱਖ ਬਹਿ ਗਏ। ਕਹਿੰਦੇ ਵੀ ਸਾਨੂੰ ਮਾਰ ਕੇ ਸਾਡੇ ਉੱਤੋਂ ਦੀ ਟ੍ਰੇਨ ਤਾਂ ਲੰਘ ਜੇ, 100 ਵਾਰੀ ਲੰਘ ਜੇ, ਪਰ ਆਪਣੇ ਜਿਉਂਦਿਆਂ ਟ੍ਰੇਨ ਨਹੀਂ ਇੱਥੋਂ ਜਾਣ ਦੇਣੀ, ਅਸੀਂ ਗੱਡੀ ਨਹੀਂ ਲੰਘਣ ਦੇਣੀ।
ਹੁਣ ਸਾਰੇ ਸਿੱਖ ਜਿਹੜੇ ਉੱਥੇ ਬੈਠੇ ਹੋਏ ਨੇ, ਸਿੱਖ ਲੰਮੇ ਪੈ ਗਏ, ਪਟੜੀ ਤੇ ਲੰਮੇ ਪੈ ਗਏ। ਉਹਨਾਂ ਦੇ ਵਿੱਚ ਵੇਖੋ, ਇੱਥੇ ਮੈਂ ਜ਼ਿਕਰ ਕਰਨਾ ਚਾਹੁੰਦਾ ਵੀ ਕੁਝ ਸਿੱਖ ਉਹ ਨੇ ਜਿਹੜੇ ਪੰਜਾ ਸਾਹਿਬ ਗੁਰਦੁਆਰੇ ਦੇ ਪ੍ਰਬੰਧਕ ਵੀ ਸਨ। ਕੁਝ ਸਿੱਖ ਉਹ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਵਾਂ ਨਿਭਾਉਂਦੇ ਪਏ ਨੇ। ਉਹਨਾਂ ਵਿੱਚ ਇੱਕ ਸਿੱਖ ਹੈ ਜਿਨ੍ਹਾਂ ਦੀ ਬਾਅਦ ਵਿੱਚ ਸ਼ਹੀਦੀ ਹੁੰਦੀ ਹੈ ਨਾ, ਉਹਨਾਂ ਵਿੱਚ 2 ਸਿੱਖ ਨੇ। ਉਹਨੇ ਇੱਕ ਭਾਈ ਪ੍ਰਤਾਪ ਸਿੰਘ, ਭਾਈ ਪ੍ਰਤਾਪ ਸਿੰਘ ਪੰਜਾ ਸਾਹਿਬ ਗੁਰਦੁਆਰੇ ਦਾ ਕੈਸ਼ੀਅਰ ਸੀ, ਖਜ਼ਾਨਚੀ ਸੀ, ਜਿਹੜੇ ਉੱਥੋਂ ਦਾ ਸਾਰਾ ਹਿਸਾਬ ਕਿਤਾਬ ਰੱਖਦਾ। ਔਰ ਦੂਜਾ ਇੱਕ ਹੈ ਭਾਈ ਕਰਮ ਸਿੰਘ। ਭਾਈ ਕਰਮ ਸਿੰਘ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਕੀਰਤਨ ਦੀ ਸੇਵਾ ਕਰਦੇ ਸਨ, ਕੀਰਤਨ ਕਰਦੇ ਰਹੇ। ਇਹ ਸਿੱਖ ਸਾਰੇ ਜਿੰਨੀ ਸੰਗਤ ਆਈ ਹੈ ਨਾ, ਸਾਰੀ ਪਟੜੀ ਦੇ ਉੱਤੇ ਲੰਮੀ ਪੈ ਗਈ ਹੈ। ਸਭ ਤੋਂ ਅੱਗੋਂ ਜਿਸ ਪਾਸੇ ਤੋਂ ਟ੍ਰੇਨ ਆਉਣੀ ਹੈ, ਉਸ ਟ੍ਰੇਨ ਦੇ ਉੱਤੇ, ਪਟੜੀ ਦੇ ਉੱਤੇ ਸਭ ਤੋਂ ਪਹਿਲਾਂ ਜਿਹੜਾ ਅੱਗੇ ਲੰਮਾ ਪਿਆ ਸੀ ਨਾ, ਉਹ ਸੀ ਭਾਈ ਕਰਮ ਸਿੰਘ, ਜਿਹੜਾ ਗੁਰੂ ਘਰ ਵਿੱਚ ਕੀਰਤਨ ਦੀ ਸੇਵਾ ਕਰਦਾ ਸੀ। ਉਹਦੇ ਤੋਂ ਅੱਗੇ ਸੀ ਕੈਸ਼ੀਅਰ, ਉਹਦਾ ਨਾਮ ਸੀ ਭਾਈ ਪ੍ਰਤਾਪ ਸਿੰਘ। ਇਹ 2 ਸਿੱਖ ਅੱਗੇ ਨੇ। ਉਹਦੇ ਤੋਂ ਅੱਗੇ ਫਿਰ ਸਾਰੇ ਸਿੱਖ ਜਿਹੜੇ ਲੇਟੇ ਗਏ, ਸਾਰੇ ਲੰਮੇ ਪੈ ਗਏ। ਸਟੇਸ਼ਨ ਮਾਸਟਰ ਵੀ ਉੱਥੇ ਆ, ਵਾਰ-ਵਾਰ ਉਹ ਕਹਿੰਦਾ ਪਿਆ ਸੀ ਤੁਸੀਂ ਉੱਠ ਜਾਓ। ਇਹ ਕਹਿੰਦੇ ਵੀ ਨਹੀਂ, ਜਾਂ ਤਾਂ ਟ੍ਰੇਨ ਰੋਕ ਦਿਓ, ਨਹੀਂ ਤੇ ਸਾਨੂੰ ਮਾਰ ਕੇ ਲੰਘ ਜੇ, ਅਸੀਂ ਇੱਥੋਂ ਨਹੀਂ ਜਾਣ ਦੇਣੀ ਟ੍ਰੇਨ। ਉਧਰੋਂ ਟ੍ਰੇਨ ਆ ਜਾਂਦੀ ਹੈ, ਦੂਰ ਤੋਂ ਹਾਰਨ ਵੱਜਦੇ ਪਏ ਨੇ। 30 ਅਕਤੂਬਰ ਸਨ 1922 ਦੀ ਘਟਨਾ ਹੈ। ਉਹ ਟ੍ਰੇਨ ਜਿਹੜੀ ਹੈ ਹਾਰਨ ਮਾਰਦੀ ਪਈ ਹੈ, ਦੂਰ ਤੋਂ ਹਾਰਨ ਮਾਰਨੇ ਸ਼ੁਰੂ ਕਰ ਦਿੱਤੇ, ਕਿਉਂਕਿ ਸਟੇਸ਼ਨ ਮਾਸਟਰ ਨੇ ਖਬਰ ਦੇ ਦਿੱਤੀ ਸੀ ਕਿ ਸਿੱਖ ਅੱਗੇ ਲੇਟ ਗਏ ਜੇ, ਤੁਹਾਨੂੰ ਰੋਕਣੀ ਪੈਣੀ ਹੈ। ਟ੍ਰੇਨ ਜਿਹੜੀ ਸੀ ਉਹ ਨਾ ਪਿੱਛੋਂ ਆਰਡਰ ਸੀ ਵੀ ਨਹੀਂ ਰੋਕਣੀ, ਪਰ ਅੱਗੋਂ ਸਿੱਖ ਉੱਠਦੇ ਨਹੀਂ ਪਏ। ਪਹਿਲਾਂ ਪਿੱਛੋਂ ਸਪੀਡ ਤੇ ਆ ਰਹੀ ਹੈ ਟ੍ਰੇਨ। ਪੰਜਾ ਸਾਹਿਬ ਸਟੇਸ਼ਨ ਤੇ ਜਦੋਂ ਉਹ ਨੇੜੇ ਆਈ ਆ, ਵੇਖਿਆ ਵੀ ਸਿੱਖ ਅਡੋਲ ਨੇ, ਹੁਣ ਲੇਟ ਗਏ ਨੇ, ਕੋਈ ਨਹੀਂ ਉੱਠਦਾ ਪਿਆ। ਕੇਵਲ ਮਰਦ ਨਹੀਂ, ਉੱਥੇ ਔਰਤਾਂ ਵੀ ਨੇ, ਸਿੱਖ ਔਰਤਾਂ ਨੇ, ਸਿੱਖ ਬੱਚੇ ਵੀ ਜਿਹੜੇ ਨੇ ਉੱਥੇ ਉਹਨਾਂ ਨੇ ਪਟੜੀ ਦੇ ਉੱਤੇ ਲੈ ਆਏ ਵੀ ਸਾਨੂੰ ਸਾਰਿਆਂ ਨੂੰ ਮਾਰ ਦਿਓ ਤਾਂ ਇੱਥੋਂ ਟ੍ਰੇਨ ਜਾਏਗੀ। ਹੁਣ ਉਹ ਜਿਹੜੀ ਟ੍ਰੇਨ ਹੈ ਨਾ, ਉਹਨੂੰ ਰੋਕਣ ਦਾ ਆਰਡਰ ਨਹੀਂ ਸੀ। ਪਿੱਛੋਂ ਆਉਂਦੀ ਹੈ, ਹੌਲੀ ਵੀ ਕੀਤੀ ਹੈ, ਪਰ ਟ੍ਰੇਨ ਰੁਕਦਿਆਂ ਜਿਹੜੀ ਸੀ ਨਾ, ਬੜੇ ਜ਼ੋਰ ਨਾਲ ਉਹਨਾਂ ਨੇ ਰੋਕੀ ਆ ਟ੍ਰੇਨ। ਹਾਲਾਂਕਿ ਜਿਹੜਾ ਪਿੱਛੋਂ ਆਰਡਰ ਹੈ, ਟ੍ਰੇਨ ਨੂੰ ਰੋਕਣ ਦਾ ਆਰਡਰ ਨਹੀਂ ਸੀ, ਪਰ ਸਿੱਖ ਕਿਉਂ ਉੱਠੇ ਨਹੀਂ, ਉੱਥੇ ਲੰਮੇ ਪਏ ਰਹੇ। ਟ੍ਰੇਨ ਰੁਕਦਿਆਂ ਜਿਹੜੀ ਸੀ ਨਾ, ਕਈ ਸਿੱਖਾਂ ਦੇ ਉੱਤੇ ਲੰਘ ਗਈ ਹੈ। ਪਰ ਸਭ ਤੋਂ ਪਹਿਲਾਂ ਜਿਹੜਾ ਭਾਈ ਕਰਮ ਸਿੰਘ ਸੀ, ਉਹਦੇ ਉੱਤੋਂ ਟ੍ਰੇਨ ਲੰਘੀ ਹੈ, ਤੇ ਉਹ ਜਿਹੜਾ ਟ੍ਰੇਨ ਦੇ ਇੰਜਣ ਦੇ ਵਿੱਚ ਹੀ, ਉਹਦੇ ਪਹੀਏ ਜਿਹੜੇ ਸਨ ਉਹਨਾਂ ਦੇ ਵਿੱਚ ਹੀ ਉਹ ਸਰੀਰ ਦਾ ਟੁਕੜੇ ਹੋ ਗਿਆ, ਤੇ ਉਹਦੇ ਵਿੱਚੇ ਉਹਨਾਂ ਦਾ ਸਰੀਰ ਫਸ ਗਿਆ। ਉਹਦੇ ਤੋਂ ਅੱਗੇ ਭਾਈ ਪ੍ਰਤਾਪ ਸਿੰਘ ਜਿਹੜਾ ਸੀ, ਉਹਦੇ ਸਰੀਰ ਦੇ ਵੀ ਟੁਕੜੇ ਹੋਏ ਨੇ। ਬਹੁਤ ਸਾਰੇ ਸਿੱਖ ਜਿਹੜੇ ਅੱਗੇ ਸਨ, ਉਹਨਾਂ ਦੇ ਅੰਗ ਵੱਢੇ ਗਏ, ਪਰ 2 ਸਿੱਖ ਜਿਹੜੇ ਨੇ ਨਾ ਸ਼ਹੀਦ ਹੋ ਗਏ। ਉਹ ਟ੍ਰੇਨ ਦੇ ਹੇਠਾਂ ਆਉਣ ਦੇ ਨਾਲ 2 ਸਿੱਖਾਂ ਦੀ ਸ਼ਹੀਦੀ ਹੋ ਗਈ, ਟੁਕੜੇ ਹੋ ਗਏ। ਕਈ ਸਿੱਖ ਉਹ ਨੇ ਜਿਨ੍ਹਾਂ ਦੇ ਅੰਗ ਲੱਥ ਗਏ ਨੇ, ਕਈਆਂ ਦੇ ਪੈਰ ਵੱਢੇ ਗਏ, ਕਈਆਂ ਦੇ ਹੱਥ ਵੱਢੇ ਗਏ, ਕਈ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਹ ਜਿਹੜਾ ਸਟੇਸ਼ਨ ਸੀ, ਜਿਹੜੀ ਪਟੜੀ ਹੈ ਟ੍ਰੇਨ ਦੀ, ਖੂਨ ਦੇ ਨਾਲ ਲਾਲ ਹੋ ਗਈ ਹੈ, ਖੂਨ ਹੀ ਖੂਨ ਹੋ ਗਿਆ ਉੱਥੇ। ਪਰ ਅਖੀਰ ਟ੍ਰੇਨ ਜਿਹੜੀ ਸੀ ਰੁਕ ਜਾਂਦੀ ਹੈ। ਜਦੋਂ ਟ੍ਰੇਨ ਰੁਕੀ ਹੈ, ਸਾਰਾ ਉੱਥੋਂ ਦਾ ਦ੍ਰਿਸ਼ ਬੜਾ ਹੀ ਇਹੋ ਜਿਹਾ ਭਿਆਨਕ ਬਣ ਗਿਆ, ਕਿਉਂਕਿ ਸਿੱਖਾਂ ਦੇ ਸਰੀਰ ਜਿਹੜੇ ਸਨ ਨਾ, ਉਹ ਇੰਜਣ ਵਿੱਚ ਫਸ ਗਏ ਨੇ, ਉਹਨਾਂ ਦੇ ਪਹੀਆਂ ਦੇ ਵਿੱਚ, ਟਾਇਰਾਂ ਵਿੱਚ ਫਸ ਚੁੱਕੇ ਨੇ। ਬੜੀ ਮੁਸ਼ਕਲ ਦੇ ਨਾਲ ਭਾਈ ਕਰਮ ਸਿੰਘ ਦਾ ਸਰੀਰ ਜਿਹੜਾ ਸੀ ਕੱਢਿਆ ਗਿਆ, ਉਹਦੇ ਵਿੱਚੋਂ ਕੱਢਿਆ ਗਿਆ। ਜਿਹੜੇ ਸਿੱਖ ਕੈਦੀ ਸਨ, ਬੜਾ ਦੁੱਖ ਲੱਗਿਆ ਉਹਨਾਂ ਨੂੰ ਵੀ ਕਿ ਸਾਨੂੰ ਸਿਰਫ ਲੰਗਰ ਛਕਾਉਣ ਵਾਸਤੇ ਨਾ ਸਿੱਖਾਂ ਨੇ ਕੁਰਬਾਨੀ ਕਰ ਦਿੱਤੀ, ਸ਼ਹਾਦਤਾਂ ਦੇ ਜਾਮ ਪੀ ਲਏ। ਔਰ ਸਿੱਖ ਜਿਹੜੇ ਨਾ, ਜਦੋਂ ਟ੍ਰੇਨ ਰੁਕੀ ਹੈ, ਦੇਖੋ ਉੱਥੇ ਇੱਕ ਤਾਂ ਸਿੱਖਾਂ ਦੀਆਂ ਸ਼ਹੀਦੀਆਂ ਹੋ ਗਈਆਂ, ਦੂਜਾ ਸਿੱਖਾਂ ਨੇ ਇਸ ਖੁਸ਼ੀ ਦੇ ਜਕਾਰੇ ਛੱਡੇ ਨੇ ਵੀ ਅਸੀਂ ਟ੍ਰੇਨ ਰੋਕ ਲਈ, ਟ੍ਰੇਨ ਰੋਕ ਲਈ ਹੈ। ਤੇ ਜਿਹੜੀਆਂ ਸੰਗਤਾਂ ਬਚੀਆਂ ਸਨ ਨਾ, ਉਹਨਾਂ ਨੇ ਲੰਗਰ ਵਰਤਾਉਣਾ ਸ਼ੁਰੂ ਕਰ ਦਿੱਤਾ। ਪਰ ਜਿਹੜੇ ਬੈਠੇ ਹੋਏ ਕੈਦੀ ਨੇ ਨਾ, ਉਹਨਾਂ ਨੂੰ ਦੁੱਖ ਇਸ ਗੱਲ ਦਾ ਸੀ ਵੀ ਜਿਸ ਟ੍ਰੇਨ ਉੱਤੇ ਸਾਨੂੰ ਬਿਠਾਇਆ ਗਿਆ, ਉਸੇ ਟ੍ਰੇਨ ਦੇ ਨਾਲ ਸਾਡੇ ਭਰਾ ਜਿਹੜੇ ਮਾਰੇ ਗਏ। ਆਹ ਉਹਨਾਂ ਨੂੰ ਬੜਾ ਦੁੱਖ ਸੀ। ਲੰਗਰ ਛਕਣ ਨੂੰ ਕਿਸੇ ਦਾ ਦਿਲ ਨਹੀਂ ਸੀ ਕਰਦਾ, ਪਰ ਵਾਰ-ਵਾਰ ਸੰਗਤਾਂ ਦੇ ਬੇਨਤੀਆਂ ਕੀਤੀਆਂ ਗਈਆਂ ਵੀ ਤੁਹਾਨੂੰ ਲੰਗਰ ਛਕਾਉਣ ਵਾਸਤੇ ਇਹ ਕਾਰਜ ਕੀਤਾ ਗਿਆ ਜੀ, ਤੁਸੀਂ ਇਨਕਾਰ ਨਾ ਕਰੋ। ਬੜੇ ਦੁਖੀ ਮਨਾਂ ਦੇ ਨਾਲ ਉਹਨਾਂ ਦੇ ਦਿਲ ਹਿਰਦੇ ਬਲੂੰਦਰੇ ਗਏ ਨੇ। ਉਹਨਾਂ ਨੇ ਉਹੋ ਜਿਹੀ ਹਾਲਤ ਦੇ ਵਿੱਚ ਇੱਕ 2 ਪ੍ਰਸ਼ਾਦੇ ਸਾਰਿਆਂ ਨੇ ਛਕੇ ਨੇ। ਦਿਲ ਨਹੀਂ ਸੀ ਕਰਦਾ, ਪਰ ਸੰਗਤਾਂ ਦਾ ਜ਼ੋਰ ਇਹ ਸੀ ਵੀ ਇਹ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਹੀ ਇਸੇ ਵਾਸਤੇ ਨੇ ਵੀ ਤੁਹਾਨੂੰ ਇਹ ਲੰਗਰ ਛਕਾਇਆ ਜਾਵੇ। ਸਟੇਸ਼ਨ ਮਾਸਟਰ ਜਿਹੜਾ ਸੀ, ਬੜੀ ਬੇਬਸੀ ਉਹਨੇ ਆਪਣੀ ਜ਼ਾਹਰ ਕੀਤੀ ਆ, ਹੱਥ ਜੋੜ ਕੇ ਕੌਮ ਦੇ ਕੋਲੋਂ, ਸਿੱਖਾਂ ਕੋਲੋਂ ਖਿਮਾ ਮੰਗਦਾ ਸੀ।
ਵੀ ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ, ਮੈਨੂੰ ਉੱਪਰ ਤੋਂ ਹੀ ਇਹੋ ਜਿਹਾ ਹੁਕਮ ਸੀ ਵੀ ਇੱਥੇ ਟ੍ਰੇਨ ਰੋਕਣੀ ਨਹੀਂ ਹੈ। ਉਸ ਵਕਤ ਫਿਰ 1.25 ਘੰਟਾ ਜਿਹੜਾ ਸੀ ਉਹ ਉਸ ਥਾਂ ਤੇ ਟ੍ਰੇਨ ਰੁਕੀ ਹੈ। ਉਹਦੇ ਤੋਂ ਬਾਅਦ ਜਦੋਂ ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਤੇ ਹੋਰ ਸਿੱਖ ਜਿਹੜੇ ਉਹਨਾਂ ਦੇ ਸਰੀਰ ਟ੍ਰੇਨ ਦਾ ਹੇਠੋਂ ਕੱਢੇ ਗਏ, 2 ਸਿੱਖ ਤਾਂ ਬੁਰੇ ਤਰੀਕੇ ਦੇ ਨਾਲ ਟੁਕੜੇ ਟੁਕੜੇ ਹੋ ਕੇ ਸ਼ਹੀਦ ਹੋ ਚੁੱਕੇ ਸਨ। ਬਾਕੀ ਜਿਹੜੇ ਜ਼ਖਮੀ ਨੇ ਉਹਨਾਂ ਦੇ ਵੀ ਇਲਾਜ ਜਿਹੜੇ ਸਨ ਆਰੰਭੇ। ਪਰ ਉਸ ਦਿਨ ਸਿੱਖਾਂ ਨੇ ਕੈਦੀ ਸਿੱਖਾਂ ਨੂੰ ਗੁਰੂ ਕੇ ਬਾਗ ਦੇ ਮੋਰਚੇ ਦੇ ਜਿਹੜੇ ਕੈਦ ਕੀਤੇ ਹੋਏ ਸਿੱਖ ਸਨ, ਜਿਨ੍ਹਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸਨ, ਉਹਨਾਂ ਨੂੰ ਲੰਗਰ ਛਕਾਉਣ ਵਾਸਤੇ ਆਹ ਜਿਹੜਾ ਅਸੀਂ ਸਾਕਾ ਵਰਤਿਆ। ਇਹ ਸਿੱਖਾਂ ਨੇ ਇੱਕ ਉਸ ਦਿਨ ਕਾਰਜ ਕਰਕੇ ਤੇ ਹਕੂਮਤ ਨੂੰ, ਸਰਕਾਰ ਨੂੰ ਇਹ ਦੱਸਿਆ ਸੀ ਕਿ ਅਸੀਂ ਜਦੋਂ ਕਿਤੇ ਵੀ ਇਹੋ ਜੀ ਆਫਤ ਬਣ ਆਉਂਦੀ ਹੈ ਤੇ ਸਿੱਖ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹਟਦੇ। ਜੇ ਮੋਰਚੇ ਲੱਗੇ ਨੇ ਤਾਂ ਵੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ, ਗ੍ਰਿਫਤਾਰੀਆਂ ਦਿੱਤੀਆਂ, ਸਿੱਖਾਂ ਦੇ ਅੰਗ ਜਿਹੜੇ ਟੁੱਟੇ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ। ਇੱਥੋਂ ਤੱਕ ਵੀ ਉਹ ਜਿਹੜਾ ਗੁਰੂ ਕੇ ਬਾਗ ਦਾ ਮੋਰਚਾ ਸੀ, ਪੂਰਾ ਜਿਹੜਾ ਸੀ ਦੇਸ਼ ਉਹ ਹਿੱਲ ਗਿਆ ਸੀ ਵੀ ਇਹੋ ਜੀ ਮਾਰ ਕੁਟਾਈ ਹੋਈ ਹੈ। ਸਾਨੂੰ ਜਲਿਆਂਵਾਲੇ ਬਾਗ ਦਾ ਮੋਰਚਾ ਜਾਂ ਲਾਲਾ ਲਾਜਪਤ ਰਾਏ ਦੀਆਂ ਡਾਂਗਾਂ ਜਿਹੜੀਆਂ ਵੱਜੀਆਂ ਵੀ ਨਹੀਂ ਆ ਤੇ ਉਹਨਾਂ ਦਾ ਬੜਾ ਰੌਲਾ ਪਾਇਆ ਜਾਂਦਾ ਸੀ, ਪਰ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਜੋ ਕੁਝ ਵਾਪਰਿਆ ਸੀ ਨਾ, ਉਸ ਸਮੇਂ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਉਹਦੀ ਹਲਚਲ ਮਚੀ ਸੀ ਔਰ ਇਸ ਮੋਰਚੇ ਨੂੰ ਜਿੱਤਿਆ ਗਿਆ। ਤੇ ਜਿਹੜੇ ਉਸ ਵਕਤ ਪੂਰੇ ਦੇਸ਼ ਦੇ ਆਗੂ ਬਣੇ ਹੋਏ ਸਨ ਨਾ, ਉਹਨਾਂ ਨੇ ਕਿਹਾ ਸੀ ਵੀ ਆਜ਼ਾਦੀ ਦੀ ਪਹਿਲੀ ਲੜਾਈ ਸਿੱਖਾਂ ਨੇ ਜਿੱਤ ਲਈ ਹੈ, ਇਹ ਆਜ਼ਾਦੀ ਦੀ ਪਹਿਲੀ ਲੜਾਈ ਸਿੱਖਾਂ ਨੇ ਜਿੱਤ ਲਈ ਹੈ। ਖੈਰ, ਇਹ ਸਿੱਖਾਂ ਨੇ ਜਿਹੜਾ ਪੰਜਾ ਸਾਹਿਬ ਦੇ ਵਿੱਚ ਸਾਕਾ ਵਰਤਿਆ ਸੀ, ਇਹ 30 ਅਕਤੂਬਰ ਸਨ 1922 ਨੂੰ ਹੋਇਆ, ਜਿਹਦੇ ਵਿੱਚ ਸਿੱਖਾਂ ਨੇ ਲੰਗਰ ਛਕਾਉਣ ਦੇ ਲਈ ਕੁਰਬਾਨੀਆਂ ਦੇ ਦਿੱਤੀਆਂ। ਇੱਥੇ ਕੁਝ 4 ਪੰਕਤੀਆਂ ਜਿਹੜੀਆਂ ਨੇ ਕਿਸੇ ਨੇ ਬੜੀਆਂ ਸੋਹਣੀਆਂ ਲਿਖੀਆਂ ਨੇ, ਉਹ ਉਸ ਸਾਰੇ ਸਾਕੇ ਨੂੰ ਦਰਸਾਉਂਦਿਆਂ ਬਿਆਨ ਕੀਤੀਆਂ ਗਈਆਂ। ਉਹਦੇ ਵਿੱਚ ਕੌਮ ਦੇ ਨਾਲ ਇਹ ਜਿਹੜਾ ਗੱਡੀ ਦਾ ਇੰਜਣ ਹੈ, ਗੱਡੀ ਦੀ ਗੱਲਬਾਤ ਹੋ ਰਹੀ ਹੈ ਨਾ, ਉਹ ਦੱਸੀ ਗਈ ਵੀ ਸਿੱਖ ਕੌਮ ਦੇ ਨਾਲ ਗੱਡੀ ਦੀ ਗੱਲਬਾਤ ਹੋ ਰਹੀ ਹੈ ਤੇ ਸਿੱਖ ਕੌਮ ਕੀ ਕਹਿੰਦੀ ਪਈ ਹੈ ਤੇ ਗੱਡੀ ਉਹਦਾ ਜਵਾਬ ਕੀ ਦਿੰਦੀ ਪਈ ਹੈ। ਉਹ ਬੜੀਆਂ ਕਿਸੇ ਨੇ ਭਾਵਪੂਰਕ ਪੰਕਤੀਆਂ ਲਿਖੀਆਂ ਨੇ। ਉਹਦੇ ਵਿੱਚ ਆਖਿਆ ਗਿਆ ਹੈ, ਰੇਲ ਘੋਲ ਹੋਵੇ, ਇਹ ਸਿੱਖ ਕੌਮ ਕਹਿੰਦੀ ਪਈ ਹੈ ਗੱਡੀ ਨੂੰ, ਕਹਿੰਦੀ ਰੇਲ ਘੋਲ ਹੋਵੇ ਅੜੀਏ ਜਿੰਦ ਡਾਢੀ, ਰੇਲ ਰੋਲ ਮਾਰੇ ਕਿੱਥੇ ਵੀਰ ਸਾਡੇ, ਐ ਨਹੀਂ ਗੱਡੀਏ ਗੱਡੀਏ ਚਿੱਤ ਕਿੱਥੇ, ਦਿੱਤੇ ਖੋਲ ਨਹੀਂ ਜਿਗਰ ਦੇ ਚੀਰ ਸਾਡੇ, ਐ ਟ੍ਰੇਨ ਤੂੰ ਟੁਰੇ ਨਾ ਹੋਸ਼ ਕਰਕੇ, ਸਾਹਮਣੇ ਦਿਸੇ ਨਹੀਂ ਸਾਡੇ ਵੀਰ ਸਾਡੇ, ਐ ਟ੍ਰੇਨ ਤੂੰ ਟੁਰੇ ਨਾ ਹੋਸ਼ ਕਰਕੇ, ਸਾਹਮਣੇ ਦਿਸੇ ਨਹੀਂ ਉਹ ਵੀਰ ਸਾਡੇ, ਐਵੇਂ ਇੰਜਣਾ ਕਰਨ ਚੰਗਾ, ਲੇਖੇ ਹੋਣਗੇ ਰੋਜ਼ ਅਖੀਰ ਸਾਡੇ। ਇਹ ਸਿੱਖ ਕੌਮ ਨੇ ਗੱਡੀ ਨੂੰ ਗੱਲ ਆਖੀ ਹੈ, ਇੰਜਣ ਨੂੰ ਕਹੀ ਹੈ। ਅੱਗੋਂ ਉਹਨੇ ਜਵਾਬ ਕੀ ਦਿੱਤਾ? ਉਹਨੇ ਆਖਿਆ, ਇੰਜਣ ਕਹਿੰਦਾ ਪਿਆ, ਉਹ ਕਹਿੰਦਾ ਐ ਨਹੀਂ ਕੌਮ ਨਾ ਮੁਝ ਤੇ ਖਫਾ ਹੋਵੀਂ, ਇਸ ਵਿੱਚ ਨਾ ਏਡੀ ਤਕਸੀਰ ਮੇਰੀ। ਉਹ ਕਹਿੰਦਾ ਐ ਕੌਮ ਨਾ ਮੁਝ ਤੇ ਖਫਾ ਹੋਵੀਂ, ਇਸ ਵਿੱਚ ਨਾ ਏਡੀ ਤਕਸੀਰ ਮੇਰੀ। ਉਹ ਕਹਿੰਦਾ ਮੈਨੂੰ ਮਾਣ ਸੀ ਕੌਣ ਨਾ ਡੋਲਦਾ ਏ, ਦਹਿਸ਼ਤ ਦੇਖ ਨਾ ਹੋਵੇ ਦਲਗੀਰ ਮੇਰੀ। ਉਹ ਰੇਲ ਦਾ ਇੰਜਣ ਕਹਿੰਦਾ ਮੈਨੂੰ ਤੇ ਮਾਣ ਬੜਾ ਸੀ ਵੀ ਜਦੋਂ ਮੈਂ ਚੱਲਦਾ ਨਾ ਲੋਕਾਂ ਦੇ ਦਿਲ ਕੰਬਦੇ। ਉਹ ਕਹਿੰਦਾ ਐ ਕੌਮ ਨਾ ਮੁਝ ਤੇ ਖਫਾ ਹੋਵੀਂ, ਇਸ ਵਿੱਚ ਨਾ ਏਡੀ ਤਕਸੀਰ ਮੇਰੀ। ਮੈਨੂੰ ਮਾਣ ਸੀ ਕੌਣ ਨਾ ਡੋਲਦਾ ਏ, ਦਹਿਸ਼ਤ ਵੇਖ ਨਾ ਹੋਵੇ ਦਲਗੀਰ ਮੇਰੀ। ਵੀ ਜਦੋਂ ਮੈਨੂੰ ਚੱਲਦਾ ਤੇ ਲੋਕਾਂ ਦੇ ਦਿਲ ਘਬਰਾ ਜਾਂਦੇ ਨੇ, ਡਰ ਜਾਂਦੇ ਨੇ ਲੋਕ, ਕੰਬਦੇ ਨੇ ਲੋਕ ਮੇਰੇ ਵੱਲ ਵੇਖ ਕੇ। ਉਹ ਕਹਿੰਦਾ ਚਰਚਾ ਵਿੱਚ ਜਹਾਨ ਕੁਰਬਾਨੀਆਂ ਦੇ, ਨਹੀਂ ਸੀ ਮਨ ਦੀ ਗੱਲ ਜ਼ਮੀਰ ਮੇਰੀ। ਤੇਰੀ ਪਰਖ ਖਾਤਰ ਪੰਜਾ ਸਾਹਿਬ ਵੱਲੇ ਪਹੁੰਚ ਗਈ ਅਡੋਲ ਨਜ਼ੀਰ ਮੇਰੀ। ਉਹ ਕਹਿੰਦਾ ਵੀ ਮੈਂ ਤਾਂ ਸੁਣਿਆ ਸੀ ਵੀ ਸਿੱਖ ਕੁਰਬਾਨੀਆਂ ਬੜੀਆਂ ਕਰ ਦਿੰਦੇ ਨੇ ਤੇ ਮੇਰੀ ਜ਼ਮੀਰ ਨੇ ਇਹ ਗੱਲ ਨਹੀਂ ਕਬੂਲ ਕੀਤੀ ਵੀ ਸਿੱਖ ਇਹੋ ਜਿਹਾ ਕਰ ਸਕਦੇ ਨੇ। ਤੇ ਕਹਿੰਦਾ ਇਸੇ ਵਾਸਤੇ ਮੇਰਾ ਧਿਆਨ ਚਲਾ ਗਿਆ ਪੰਜਾ ਸਾਹਿਬ ਵਾਲੇ, ਵੀ ਦੇਖਦੇ ਆ ਨਾ ਵੀ ਇਹ ਸਿੱਖ ਕੀ ਕਰਦੇ ਨੇ। ਉਹ ਕਹਿੰਦਾ ਮੈਂ ਤੇ ਕੈਦੀ ਬਿਠਾਲੇ ਸਨ ਤੇ ਮੈਂ ਵੇਖਿਆ, ਸੋਚਿਆ ਸੀ ਵੀ ਵੇਖਾਂਗੇ ਕੌਣ ਰੋਕਦਾ ਮੈਨੂੰ। ਉਹ ਇੰਜਣ ਕਹਿ ਰਿਹਾ, ਕਹਿੰਦਾ ਮੈਨੂੰ ਮਾਣ ਸੀ ਕੌਣ ਨਾ ਡੋਲਦਾ ਏ, ਦਹਿਸ਼ਤ ਵੇਖ ਨਾ ਹੋਵੇ ਦਲਗੀਰ ਮੇਰੀ। ਪੰਜਾ ਸਾਹਿਬ ਵੱਲੇ ਉਹ ਕਹਿੰਦਾ ਕਿ ਇਹ ਕੌਮ, ਜਦੋਂ ਮੈਂ ਪੰਜਾ ਸਾਹਿਬ ਵੱਲ ਵੇਖਿਆ ਨਾ ਤੇ ਉਦੋਂ ਮੇਰੇ ਧਿਆਨ ਵਿੱਚ ਆਇਆ ਵੀ ਹੁਣ ਵੇਖਾਂਗੇ ਮੈਨੂੰ ਕੌਣ ਰੋਕਦਾ। ਉਹ ਕਹਿੰਦਾ ਤੇਰੀ ਪਰਖ ਖਾਤਰ ਪੰਜਾ ਸਾਹਿਬ ਵੱਲੇ
ਪਹੁੰਚ ਗਈ ਅਡੋਲ ਨਜ਼ੀਰ ਮੇਰੀ। ਤੇ ਅਖੀਰ ਉਹਨੇ ਦੋ ਪੰਕਤੀਆਂ ਜਿਹੜੀਆਂ ਸਨ ਆਖੀਆਂ। ਉਹ ਕਹਿੰਦਾ ਮੇਰਾ ਟੁੱਟਿਆ ਮਾਣ ਤੇ ਮੈਂ ਹੈਰਾਨ ਹੋਇਆ, ਮੇਰਾ ਟੁੱਟਿਆ ਮਾਣ ਮੈਂ ਹੈਰਾਨ ਹੋਇਆ, ਤੇਰੀ ਵੇਖ ਕੇ ਕੁਰਬਾਨੀ ਦੀ ਤਕਦੀਰ ਇੱਥੇ। ਉਹ ਕਹਿੰਦਾ ਇਹ ਮੈਨੂੰ ਮਾਣ ਸੀ ਆਪਣੇ ਆਪ ਦੇ ਉੱਤੇ, ਪਰ ਮੈਂ ਹੈਰਾਨ ਹੋ ਗਿਆ ਜਦੋਂ ਮੈਂ ਇੱਥੇ ਆਪਣੇ ਜ਼ੋਰ ਨੂੰ, ਆਪਣੀ ਤਾਕਤ ਨੂੰ ਹਾਰ ਗਿਆ ਕਿ ਤੁਸੀਂ ਕੁਰਬਾਨੀ ਕਰਕੇ ਮੈਨੂੰ ਰੋਕ ਲਿਆ। ਮੇਰਾ ਟੁੱਟਿਆ ਮਾਣ ਤੇ ਹੈਰਾਨ ਹੋਇਆ, ਤੇਰੀ ਵੇਖ ਕੇ ਸਬਰ ਦੀ, ਤੇਰੀ ਵੇਖ ਕੇ ਸਿਦਕ ਦੀ ਕਾਰ ਇੱਥੇ, ਤੇਰਾ ਸਿਦਕ ਇੱਥੇ ਵੇਖਿਆ ਤੇ ਮੈਂ ਹੈਰਾਨ ਹੋ ਗਿਆ। ਕਹਿੰਦਾ ਮੈਂ ਅੱਜ ਖੜਾ ਇੱਥੇ, ਅੱਜ ਮੈਂ ਆਪਣੀ ਤਾਕਤ, ਅੱਜ ਮੈਂ ਆਪਣਾ ਜ਼ੋਰ ਇੱਥੇ ਹਾਰ ਚੁੱਕਾ। ਮੈਨੂੰ ਫਿਰ ਹੁਣ ਇਸ ਗੱਲ ਦਾ ਜਿਹੜਾ ਨਾ ਕਬੂਲ ਕਰਨਾ ਪਿਆ ਵੀ ਤੁਹਾਡੀਆਂ ਕੁਰਬਾਨੀਆਂ ਦੇ ਅੱਗੇ, ਤੁਹਾਡੀਆਂ ਸ਼ਹਾਦਤਾਂ ਦੇ ਅੱਗੇ ਮੇਰੇ ਵਰਗੇ ਜਿਹੜੇ ਬੜੇ ਗੁਮਾਨੀ ਤੇ ਘਮੰਡੀ ਹੁੰਦੇ ਨੇ ਉਹਨਾਂ ਨੂੰ ਝੁਕਣਾ ਪੈਂਦਾ। ਇਹ ਜਿਹੜੀ ਗੱਲ ਸੀ ਉਹ ਕਿਸੇ ਕਵੀ ਨੇ ਲਿਖੀਆਂ ਹੋਈਆਂ ਪੰਕਤੀਆਂ ਨੇ। ਸੋ ਅੱਜ ਦਾ ਜਿਹੜਾ ਇਹ ਸਾਕਾ ਸੀ ਉਹਨਾਂ ਪੰਜਾ ਸਾਹਿਬ ਦੇ ਸ਼ਹੀਦ ਸਿੰਘਾਂ ਦੇ ਲਈ, ਜਿਨ੍ਹਾਂ ਨੇ ਕੈਦੀ ਸਿੱਖਾਂ ਨੂੰ ਲੰਗਰ ਛਕਾਉਣ ਵਾਸਤੇ ਕੁਰਬਾਨੀਆਂ ਕਰ ਦਿੱਤੀਆਂ, ਉਹਨਾਂ ਨੂੰ ਸਾਡਾ ਕੋਟ ਕੋਟ ਪ੍ਰਣਾਮ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਇਸੇ ਪ੍ਰਕਾਰ ਕੌਮੀ ਜਜ਼ਬਾ ਸਾਰੀ ਕੌਮ ਦੇ ਅੰਦਰ ਬਣਿਆ ਰਵੇ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।